वाहिगुरु जी की फतेह। विघ्न विनाशन सोए। वाहिगुरु जी की फतेह। विघ्न विनाशन सोए। सिक्खी रीत बिदत पी देसा। जिस ते छूटै जगत कलेशा। कहैं परस्पर मिल नर नारी। परमेश्वर तन एह उपकारी। वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वडभागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालिक गुरु हरकृष्ण साहब महाराज जी दे पवित्र चरण छोह प्राप्त इतिहासक स्थान गुरुद्वारा बंगला साहब जी की यात्रा करदियां जुगो जुग अटल छतर चवर तखत दे मालिक धन 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 श्री गुरु ग्रंथ साहिब पातशाह महाराज जी दे हजूर मनुखा जीवन दियां घड़ियां नूं सफला कर रहे हो। सतगुरु सारियां दी यात्रा सफल करन, अपनियां मन बिरतियां एकागर करो, रसना पवित्र कर दे एक बार। सारे उच्चारण करो जी सतनाम वाहिगुरु जी। ये इतिहास पहले पातशाह जाहर पीर जगत गुरु कल तारन आए श्री गुरु नानक देव महाराज जी का है। प्रसंग है सतगुरु दूसरी उदासी दे विच तरत लुकाई नूं सोध दे। जगत जलंदे दा उधार कर दे। एक ऐसे नगर विच पहुंचे ने जिथे हर 6वें महीने अग लग जाती है, सब कुछ सड़ के सुआह हो जाता है। उस नगरी दे लोग पुश्त दर पुश्त पीढ़ी दर पीढ़ी 6वें महीने अपना पिंड छड्ड के चले जाते सन। जगत गुरु गुरु नानक साहब महाराज उत्थे आए। वो लोग धर्मी सन, उन्होंने सतगुरु जी की सेवा भी की, संगत भी की। गुरु जी उन्होंने प्यार तो त्रुठे ने, लंबा समा उत्थे रुके ने। वो महीना आ गया
ਜਦੋਂ ਪਿੰਡ ਦੇ ਲੋਕ ਸਮਾਨ ਚੁੱਕ ਕੇ ਤੁਰਨ ਲੱਗੇ, ਗੁਰੂ ਜੀ ਨੇ ਉਹਨਾਂ ਨੂੰ ਰੋਕਿਆ ਵੀ ਤੁਹਾਨੂੰ ਜਾਣ ਦੀ ਲੋੜ ਨਹੀਂ ਹੈ, ਤੁਸੀਂ ਗੁਰੂ ਦੇ ਸਿੱਖ ਬਣੋ, ਸੰਗਤ ਕਰਿਆ ਕਰੋ, ਪਰਮਾਤਮਾ ਦਾ ਸਤਨਾਮ ਦਾ ਸਿਮਰਨ ਕਰਿਆ ਕਰੋ, ਤੁਹਾਨੂੰ ਕੁਛ ਨਹੀਂ ਹੋਏਗਾ। ਪਿੰਡ ਦੇ ਲੋਕਾਂ ਨੇ ਗੁਰੂ ਜੀ ਦਾ ਬਚਨ ਮੰਨਿਆ, ਚਰਨ ਪਹੁਲ ਵੀ ਲਈ। ਇੱਥੇ ਫਿਰ ਇੱਕ ਦੈਂਤ ਪ੍ਰਗਟ ਹੁੰਦਾ ਹੈ। ਅਖੀਰ ਉਹ ਵੀ ਗੁਰੂ ਜੀ ਦੇ ਚਰਨਾਂ ਤੇ ਢਹਿ ਪਿਆ ਤੇ ਫਿਰ ਗੁਰੂ ਜੀ ਦੇ ਹੁਕਮਾਂ ਅਨੁਸਾਰ ਉਹ ਜਿਹੜਾ ਦੈਂਤ ਹੈ ਪਹਿਲਾਂ ਧਰਮਸ਼ਾਲਾ ਬਣਾਉਂਦਾ ਹੈ, ਫਿਰ ਪਿੰਡ ਦੇ ਧਰਮੀ ਲੋਕਾਂ ਵਾਸਤੇ ਰੋਜ਼ ਪਾਣੀ ਢੋਂਦਾ ਹੈ। ਦੂਰੋਂ ਪਾਣੀ ਲੈ ਕੇ ਆਉਂਦਾ ਸੀ, ਉਹਨਾਂ ਦੇ ਪੀਣ ਵਾਸਤੇ, ਵਰਤਣ ਵਾਸਤੇ, ਉਹਨਾਂ ਦੇ ਇਸ਼ਨਾਨ ਕਰਨ ਵਾਸਤੇ। ਇੱਥੋਂ ਤੱਕ ਕੱਲ੍ਹ ਆਪਾਂ ਨੇ ਕਥਾ ਸੁਣੀ ਸੀ, ਸਿੱਖੀ ਰੀਤ ਬਿਦਤ ਭੀ ਦੇਸ਼ਾ। ਸਿੱਖੀ ਜਿਹੜੀ ਉਹ ਸਾਰੇ ਦੇਸ਼ ਵਿੱਚ ਪ੍ਰਗਟ ਹੋ ਗਈ। ਅੱਜ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ ਅਤੇ 9ਵੇਂ ਪਾਤਸ਼ਾਹ ਧਰਮ ਰੱਖਿਅਕ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਗੁਰਤਾ ਗੱਦੀ ਨਿਸ਼ੀਨੀ ਗੁਰਪੁਰਬ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਆਏ ਸਨ, ਇੱਥੇ ਠਹਿਰੇ ਸਨ ਜਿੱਥੇ ਅੱਜ ਅਸੀਂ ਬੰਗਲਾ ਸਾਹਿਬ ਹਾਜ਼ਰੀਆਂ ਭਰ ਰਹੇ ਹਾਂ। ਕਈ ਮਹੀਨੇ ਠਹਿਰੇ। ਸਤਿਗੁਰੂ ਜੀ 1663 ਵਿੱਚ ਆਏ ਸਨ, 64 ਵਿੱਚ। ਇੱਥੋਂ ਸਤਿਗੁਰੂ ਜੀ ਜਦੋਂ ਸਰੀਰ ਤੇ ਦੁੱਖ ਰੋਗ ਕਸ਼ਟ ਆਇਆ ਤੇ ਆਸ਼ਰਮ ਭੋਗਲ ਦੇ ਇਲਾਕੇ ਵਿੱਚ, ਜਿੱਥੇ ਅੱਜ ਗੁਰਦੁਆਰਾ ਬਾਲਾ ਸਾਹਿਬ ਹੈ, ਜਿੱਥੇ ਦਿੱਲੀ ਕਮੇਟੀ ਨੇ ਕਿਡਨੀ ਡਾਇਲਸਿਸ ਦਾ ਫ੍ਰੀ ਹਸਪੀਟਲ ਬਣਾਇਆ ਹੈ, ਇਹ ਉਹੀ ਗੁਰਦੁਆਰਾ ਹੈ। ਉਸ ਵੇਲੇ ਇਹ ਜਮਨਾ ਦਾ ਕੰਢਾ ਸੀ, ਦਿੱਲੀ ਤੋਂ ਬਾਹਰ ਸੀ, ਦੂਰ ਸੀ। ਅੱਜ ਵੀ ਮੇਰਾ ਖਿਆਲ ਹੈ ਕਿ ਬਾਲਾ ਸਾਹਿਬ 11 ਕਿਲੋਮੀਟਰ ਹੋਏਗਾ। ਇੱਥੋਂ ਬੰਗਲਾ ਸਾਹਿਬ ਤੋਂ 10 ਹੋਏਗਾ। ਉੱਥੇ ਜਾ ਕੇ ਗੁਰੂ ਜੀ ਜੋਤੀ ਜੋਤ ਸਮਾਉਂਦੇ ਨੇ 30 ਮਾਰਚ 1664। ਜੋਤੀ ਜੋਤ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਵੱਡੇ ਸਤਿਗੁਰਾਂ ਦੀ ਤਰ੍ਹਾਂ ਉਸੇ ਨਿਜਮਾਵਲੀ ਨੂੰ ਅੱਗੇ ਚਲਾਉਂਦਿਆਂ ਹੋਇਆਂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਜਿਹੜੀ ਜੋਤ ਜੁਗਤ ਸੀ, ਉਹ ਗੁਰੂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਮਹਾਰਾਜ ਵਿੱਚ ਪ੍ਰਗਟ ਕਰ ਦਿੱਤੀ, ਵਿਦਤ ਕਰ ਦਿੱਤੀ। ਦਿੱਲੀ ਇਹ ਬਚਨ ਆਖੇ ਸਨ, ਬਾਬਾ ਬਸੇ ਗ੍ਰਾਮ ਬਕਾਲੇ ਤੋਂ ਅੱਜ ਦੇ ਦਿਨ ਬਕਾਲੇ ਦੇ ਵਿੱਚ ਰਹਿੰਦੇ ਹੋਏ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਰੂਪ ਦੇ ਵਿੱਚ ਪ੍ਰਗਟ ਹੁੰਦੇ ਨੇ, ਪਰ ਉੱਥੇ ਸਮਾਂ ਲੱਗਦਾ ਹੈ।
ਗੁਰੂ ਜੀ ਆਪਣੇ ਘਰ ਵਿੱਚ ਰਹਿੰਦੇ ਸੀ। ਜਿਵੇਂ ਹੀ ਇਹ ਖਬਰ ਆਉਂਦੀ ਹੈ ਤਾਂ ਗੁਰੂ ਸਾਹਿਬ ਦੇ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਰਿਸ਼ਤੇਦਾਰੀ ਵਿੱਚੋਂ ਜਿਹੜੇ ਲੋਕ ਬਾਬੇ ਲੱਗਦੇ ਸਨ, ਕਿਉਂਕਿ ਪੰਜਾਬ ਦੇ ਵਿੱਚ ਬਾਬੇ ਨੂੰ ਦਾਦਾ ਵੀ ਕਹਿੰਦੇ ਨੇ, ਜਾਂ ਇਉਂ ਕਹਿ ਲਈਏ ਕਿ ਜਿਹੜਾ ਦਾਦਾ ਹੁੰਦਾ ਹੈ, ਗ੍ਰੈਂਡਫਾਦਰ ਹੁੰਦਾ ਹੈ, ਉਹਨੂੰ ਦਾਦਾ ਵੀ ਕਹਿ ਦਿੱਤਾ ਜਾਂਦਾ ਹੈ, ਬਾਬਾ ਵੀ ਕਹਿ ਦਿੱਤਾ ਜਾਂਦਾ ਹੈ। ਤੋ ਜਿਹੜੇ ਗੁਰੂ ਹਰਕ੍ਰਿਸ਼ਨ ਸਾਹਿਬ ਤੋਂ ਵੱਡੇ ਸਨ, ਕਿਉਂਕਿ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੀ ਆਯੂ ਬੜੀ ਛੋਟੀ ਸੀ, 7 ਸਾਲ 8 ਮਹੀਨੇ, ਪੌਣੇ 8 ਸਾਲ ਤੋਂ ਵੀ ਘੱਟ ਸੀ, 1 ਮਹੀਨਾ। ਫਿਰ ਗੁਰੂ ਹਰਕ੍ਰਿਸ਼ਨ ਸਾਹਿਬ ਜਿਹੜੇ ਨੇ ਉਹ ਗੁਰੂ ਹਰਗੋਬਿੰਦ ਪਿਤਾ ਮਹਾਰਾਜ ਦੇ ਪੋਤਰੇ ਦੇ ਪੁੱਤਰ ਸਨ। ਗੁਰੂ ਤੇਗ ਬਹਾਦਰ ਸਾਹਿਬ ਸੱਚਮੁੱਚ ਉਹਨਾਂ ਦੀ ਰਿਸ਼ਤੇਦਾਰੀ ਵਿੱਚੋਂ ਦਾਦਾ ਜੀ ਲੱਗਦੇ ਸਨ। ਪਰ ਇੱਥੇ ਕੀ ਹੋਇਆ, ਇੱਥੇ ਗੁਰੂ ਪਰਿਵਾਰਾਂ ਦੇ ਵਿੱਚੋਂ ਜਿਹੜੇ ਸ਼ਖਸੀ ਪੂਜਾ ਕਰਾਉਣ ਦੀ ਭੁੱਖ ਰੱਖਦੇ ਸਨ, ਜਾਂ ਜਿਨ੍ਹਾਂ ਲੋਕਾਂ ਨੂੰ ਲੱਗਦਾ ਸੀ ਕਿ ਅਸੀਂ ਗੁਰੂ ਵੰਸ਼ਜ ਹਾਂ ਤੇ ਸਾਡੀ ਤੇ ਦੁਨੀਆ ਦੇ ਵਿੱਚ ਪੂਜਾ ਹੋਣੀ ਚਾਹੀਦੀ ਹੈ, ਉਹਨਾਂ ਨੇ ਯਤਨ ਕੀਤਾ 22 ਮੰਜੀਆਂ ਲਾ ਕੇ। 22 ਬੰਦੇ ਇਕੱਠੇ ਹੋ ਗਏ ਬਕਾਲੇ ਵਿੱਚ, ਆਪਸ ਵਿੱਚ ਇਕੱਠੇ ਨਹੀਂ ਹੋਏ, ਨਗਰੀ ਦੇ ਵਿੱਚ। ਇਉਂ ਕਹਿ ਲਈਏ ਕਿ ਨਕਲੀ ਗੁਰੂਆਂ ਦੀ ਤਾਂ ਮੰਡੀ ਲੱਗ ਗਈ। 22 ਦੁਕਾਨਾਂ ਬੜੀਆਂ ਹੁੰਦੀਆਂ ਨੇ, ਕਿਤੇ ਵੱਡੀਆਂ ਹੋਣ ਤੇ ਉੱਥੇ ਤੇ ਗੁਰੂਆਂ ਦੀ ਇੱਕ ਅੱਛੀ ਮਾਰਕੀਟ ਬਣ ਗਈ। ਫਿਰ ਉਹਨਾਂ ਨੇ ਆਪਣੀ ਐਡ ਕਰਨ ਵਾਸਤੇ ਵੀ ਰਾਹ ਕੱਢ ਲਿਆ, ਇੱਕ ਤੋਂ ਇੱਕ ਉਹਨਾਂ ਨੇ ਅੱਗੇ ਬੰਦੇ ਰੱਖ ਲਏ, ਜਿਹੜੇ ਦੂਰੋਂ ਆਉਂਦੀ ਸੰਗਤ ਨੂੰ ਹੀ ਕਹਿ ਦਿੰਦੇ ਨੇ, ਵੇਖਿਓ ਜੀ ਇੱਥੇ ਨਾ ਨਕਲ ਬੜੀ ਚੱਲ ਰਹੀ ਜੇ, ਝੂਠੇ ਗੁਰੂ ਬੜੇ ਬੈਠੇ ਜੇ, ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਸੱਚੇ ਗੁਰੂ ਕੋਲ ਲੈ ਕੇ ਚੱਲਦਾ। ਜਿਵੇਂ ਦਿੱਲੀ ਵਿੱਚ ਜੇ ਅਸੀਂ ਜਿਹੜੀਆਂ ਚਾਂਦਨੀ ਚੌਕ ਦੇ ਕੋਲ ਮਾਰਕੀਟ ਨੇ, ਕਦੇ ਉਹਨਾਂ ਵਿੱਚ ਜਾਣਾ ਹੋਵੇ ਤੇ ਸਾਨੂੰ ਲਾਲ ਕਿਲੇ ਤੋਂ ਹੀ ਏਜੰਟ ਮਿਲ ਜਾਂਦੇ ਨੇ, ਉਹ ਉੱਥੋਂ ਹੀ ਤੋਰ ਲੈਂਦੇ ਨੇ ਸਾਨੂੰ ਨਾਲ, ਮੇਰੇ ਨਾਲ ਚੱਲੋ ਜੀ, ਮੈਂ ਤੁਹਾਨੂੰ ਚੀਜ਼ ਸਸਤੀ ਤੇ ਵਧੀਆ ਲੈ ਕੇ ਦਿਆਂਗਾ। ਇਹ ਆਲਮ ਬਣ ਚੁੱਕਾ ਸੀ ਬਕਾਲੇ ਦੇ ਵਿੱਚ। ਫਿਰ ਭਾਈ ਮੱਖਣ ਸ਼ਾਹ ਲਬਾਣਾ ਜੀ ਆਉਂਦੇ ਨੇ, ਉਹਨਾਂ ਨੇ 2-2 ਸੋਨੇ ਦੀਆਂ ਮੋਹਰਾਂ ਮੱਥਾ ਟੇਕ ਕੇ ਸਭ ਦਾ ਝੂਠ ਪਰਖ ਲਿਆ ਤੇ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਨੂੰ ਲੱਭ ਲਿਆ। ਫਿਰ ਉਹਨਾਂ ਨੇ ਕੋਠੇ ਚੜ੍ਹ ਕੇ ਆਵਾਜ਼ਾਂ ਦਿੱਤੀਆਂ, ਗੁਰੂ ਲਾਧੋ ਰੇ, ਗੁਰੂ ਲਾਧੋ ਰੇ, ਸਾਚਾ ਗੁਰੂ ਲਾਧੋ ਰੇ। ਤਾਂ ਇਤਿਹਾਸ ਕਹਿੰਦਾ ਹੈ ਕਿ ਬਾਬੇ ਮੱਖਣ ਸ਼ਾਹ ਲਬਾਣੇ ਦੇ ਸੱਚ ਬੋਲਣ ਨੇ, ਕਿਉਂਕਿ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ, ਜਿਹੜਾ ਝੂਠਾ ਆਦਮੀ ਹੈ ਉਹਦੇ ਤੇ ਭਾਈ ਸੱਤੀ ਕਪੜੀ ਅੱਗ ਲੱਗੇਗੀ। ਇਹ ਕੁਦਰਤ ਦਾ ਇੱਕ ਕਾਨੂੰਨ ਹੈ, ਲਾ ਹੈ। ਸਾਈਂ ਬੁੱਲੇ ਸ਼ਾਹ ਕਹਿੰਦੇ ਨੇ, ਸੱਚ ਬੋਲਾਂ ਤੇ ਭਾਂਬੜ ਮੱਚਦਾ ਏ, ਚੁੱਪ ਰਹਾਂ ਤੇ ਕੁਝ ਨਹੀਂ ਬਚਦਾ ਏ। ਕਹਿੰਦੇ ਜੇ ਮੈਂ ਬੋਲਦਾ ਨਹੀਂ ਤੇ ਬਚਦਾ ਕੁਝ ਨਹੀਂ ਹੈ, ਜੇ ਬੋਲਦਾ ਤਾਂ ਹਰ ਪਾਸੇ ਅੱਗ ਲੱਗ ਜਾਂਦੀ ਹੈ, ਭਾਂਬੜ ਮੱਚਦੇ ਨੇ। ਬਾਕੀ ਤੇ ਬਹੁਤਾ ਨਹੀਂ ਕੁਛ ਕਰ ਸਕੇ, ਤੜਫੇ ਤਾਂ ਹੋਣਗੇ।
ਪਰ ਜਿਹੜਾ ਵੱਡਾ ਮਸਨਦ ਲਾ ਕੇ ਬੈਠਾ ਸੀ ਧੀਰ ਮੱਲ ਹੈ, ਉਹ ਵੀ ਇਹਨਾਂ ਦੇ ਪਰਿਵਾਰ ਵਿੱਚੋਂ ਸੀ। ਇਤਿਹਾਸ ਕਹਿੰਦਾ ਕਿ ਉਹਨੇ ਫਿਰ ਸ਼ੀਹੇ ਮਸੰਦ ਨੂੰ ਗੁਰੂ ਜੀ ਤੇ ਗੋਲੀ ਚਲਾਉਣ ਵਾਸਤੇ ਭੇਜਿਆ। ਇਹਦਾ ਅਰਥ ਇਹ ਹੈ, ਸੱਚ ਬੋਲੋਗੇ ਤੇ ਭਾਈ ਗੋਲੀਆਂ ਵੀ ਚੱਲਣਗੀਆਂ। ਕਹਿ ਦੇਣਾ ਬਹੁਤ ਸੌਖਾ, ਮੈਂ ਸੱਚ ਬੋਲਦਾ, ਜਾਂ ਮਹਾਰਾਜ ਦੀ ਬਾਣੀ ਕਹਿੰਦੀ ਹੈ ਬੋਲੀ ਹੈ ਸੱਚ ਧਰਮ ਝੂਠ ਨਾ ਬੋਲੀ ਹੈ। ਪਰ ਜਦੋਂ ਬੋਲਣ ਤੁਰੋਗੇ ਫਿਰ ਪਤਾ ਲੱਗੇਗਾ ਕਿ ਉਹਦੀ ਕੀਮਤ ਕੀ ਹੈ, ਉਹਦੇ ਲਈ ਕਿੰਨਾ ਪੇ ਕਰਨਾ ਪੈਂਦਾ ਹੈ। ਸੱਚ ਬੋਲਣ ਦੀਆਂ ਵੀ ਕਿੰਨੀਆਂ ਸਾੜ ਸਤੀਆਂ ਨੇ, ਸੰਤਾਪ ਨੇ। ਹਾਂ, ਇੱਕ ਗੱਲ ਠੀਕ ਹੈ ਕਿ ਕੂੜ ਨਖੁੱਟੇ ਨਾਨਕਾ ਓੜਕ ਸੱਚ ਰਹੀ, ਝੂਠ ਨੇ ਅਖੀਰ ਨਖੁੱਟ ਜਾਣਾ ਹੈ, ਸੱਚ ਨੇ ਹੀ ਸੱਚ ਰਹਿਣਾ ਹੈ। ਝੂਠ ਨੇ ਕਦੇ ਸੱਚ ਹੋਣਾ ਹੀ ਨਹੀਂ, ਬਣ ਹੀ ਨਹੀਂ ਸਕਦਾ ਝੂਠ ਸੱਚ, ਝੂਠ ਝੂਠ ਹੀ ਰਹੇਗਾ। ਤੋ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਗੁਰੂ ਰੂਪ ਦੇ ਵਿੱਚ ਜਦੋਂ ਪ੍ਰਗਟ ਹੋਏ ਤੇ ਉਹਨਾਂ ਨੇ ਬਕਾਲੇ ਦੀ ਨਗਰੀ ਨੂੰ ਛੱਡ ਦਿੱਤਾ। ਇੱਥੋਂ ਫਿਰ ਸਤਿਗੁਰੂ ਸ਼੍ਰੀ ਅੰਮ੍ਰਿਤਸਰ ਸਾਹਿਬ ਗਏ, ਉੱਥੇ ਵੀ ਇਹੋ ਜਿਹਾ ਹੀ ਵਰਤਾਰਾ ਸੀ। ਜਿਹੜੇ ਦਰਬਾਰ ਸਾਹਿਬ ਦੇ ਵਿੱਚ ਸੇਵਾ ਕਰਨ ਵਾਲੇ ਲੋਕ ਸਨ ਮਸੰਦ, ਉਹ ਦਰਬਾਰ ਸਾਹਿਬ ਦੇ ਕਵਾੜ ਬੰਦ ਕਰਕੇ, ਦਰਵਾਜ਼ੇ ਬੰਦ ਕਰਕੇ, ਜਿੰਦਰੇ ਮਾਰ ਕੇ ਭੱਜ ਗਏ। ਉਹਨਾਂ ਨੇ ਸੋਚਿਆ ਕਿ ਇਹ ਗੁਰੂ ਅਰਜਨ ਸਾਹਿਬ ਜੀ ਦਾ ਪੁੱਤਰ ਹੈ, ਮਾਲਕ ਆ ਗਏ ਨੇ, ਇਹਨਾਂ ਨੇ ਇੱਥੋਂ ਜਾਣਾ ਕੋਈ ਨਹੀਂ, ਨਾਲੇ ਗੁਰੂ ਬਣ ਕੇ ਆਏ ਨੇ। ਸਤਿਗੁਰੂ ਦੀ ਬਾਣੀ 'ਚ ਇੱਕ ਪੰਗਤੀ ਆਉਂਦੀ ਹੈ ਕਿ ਨਸ ਵੰਝੋ ਕਿਲ ਵਿਖੋ ਕਰਤਾ ਘਰ ਆਇਆ। ਪਰ ਗੁਰੂ ਤੇਗ ਬਹਾਦਰ ਉੱਥੇ ਰਹਿਣ ਵਾਸਤੇ, ਕਬਜ਼ਾ ਕਰਨ ਵਾਸਤੇ ਨਹੀਂ ਗਏ ਸਨ। ਉੱਥੇ ਬਾਹਰ ਹੀ ਸਰੋਵਰ ਤੋਂ ਇਸ਼ਨਾਨ ਕਰਕੇ ਬਾਹਰ ਹੀ ਬੈਠਦੇ ਨੇ, ਜਿੱਥੇ ਅੱਜ ਅਕਾਲ ਤਖਤ ਸਾਹਿਬ ਦੇ ਨਾਲ ਗੁਰੂ ਨੌਵੇਂ ਪਾਤਸ਼ਾਹ ਜੀ ਦਾ ਸਥਾਨ ਹੈ। ਉਸ ਨੂੰ ਕਹਿੰਦੇ ਨੇ ਗੁਰਦੁਆਰਾ ਥੜਾ ਸਾਹਿਬ। ਇੱਥੇ ਬੈਠ ਕੇ ਸਤਿਗੁਰੂ ਜੀ ਚਲੇ ਗਏ। ਇੱਥੋਂ ਫਿਰ ਕੀਰਤਪੁਰ ਸਾਹਿਬ ਆਉਂਦੇ ਨੇ। ਕੀਰਤਪੁਰ ਸਾਹਿਬ ਤੋਂ ਬਾਅਦ ਫਿਰ ਇੱਥੇ ਜਿਹੜੀ ਰਾਣੀ ਚੰਪਾ ਸੀ, ਉਹਨੇ ਸਤਿਗੁਰੂ ਜੀ ਨੂੰ ਇਹ ਆਨੰਦਪੁਰ ਸਾਹਿਬ ਦਾ ਜਿਹੜਾ ਪਹਿਲਾ ਨਗਰ ਸੀ, ਨਾਮ ਸੀ ਮਾਖੋਵਾਲ, ਉਹ ਮੁੱਲ ਖਰੀਦ ਕੇ ਭੇਟਾ ਕੀਤਾ ਸੀ। ਇੱਥੇ ਸਤਿਗੁਰੂ ਰਹੇ। ਤੋਂ ਅੱਜ ਇਹ ਦੋ ਗੁਰਪੁਰਬ ਨੇ, ਇੱਕ 8ਵੇਂ ਪਾਤਸ਼ਾਹ ਜੀ ਦਾ, ਕਿਉਂਕਿ ਸਤਿਗੁਰੂ ਦਿੱਲੀ ਆ ਕੇ ਜੋਤੀ ਜੋਤ ਸਮਾਏ ਸਨ। ਦਿੱਲੀ ਆਏ ਤੇ ਬੰਗਲਾ ਸਾਹਿਬ ਠਹਿਰੇ। ਇਹ ਬੰਗਲਾ ਰਾਜੇ ਜੈ ਸਿੰਘ ਦਾ ਬੰਗਲਾ ਸੀ। ਪਰ ਗੁਰੂ ਜੀ ਦੇ ਚਰਨ ਪੈਣ ਕਰਕੇ ਦੁਨੀਆ 'ਚ ਬੰਗਲੇ ਅੱਜ ਵੀ ਬਹੁਤ ਹੋਣਗੇ। ਜਿਹੜਾ ਮੇਰਾ ਸ਼ਹਿਰ ਹੈ, ਪਹਿਲਾਂ ਤਾਂ ਉਹ ਤਹਿਸੀਲ ਹੁੰਦੀ ਸੀ, ਅੱਜ ਕੱਲ੍ਹ ਜ਼ਿਲ੍ਹਾ ਬਣ ਗਿਆ ਫਾਜ਼ਿਲਕਾ। ਉਹਦਾ ਇੱਕ ਜਿਹੜਾ ਪੁਰਾਤਨ ਨਾਂ ਉਹ ਫਾਜ਼ਿਲਕਾ ਬੰਗਲਾ ਹੈ। ਉਦੋਂ ਕਿਸੇ ਅੰਗਰੇਜ਼ ਆਫਿਸਰ ਦਾ ਉੱਥੇ ਵੱਡਾ ਬੰਗਲਾ ਹੋਏਗਾ ਤੇ ਉਹ ਉਹਦੇ ਨਾਂ ਤੇ ਮਸ਼ਹੂਰ ਹੋ ਗਿਆ। ਕਿਹੜਾ? ਫਾਜ਼ਿਲਕਾ ਬੰਗਲੇ ਵਾਲਾ, ਫਾਜ਼ਿਲਕਾ ਬੰਗਲਾ ਹੋ ਗਿਆ। ਜਿਵੇਂ ਪਟਿਆਲਾ ਬਣਿਆ। ਇਹ ਬਾਬੇ ਆਲੇ ਦੀ ਪੱਟੀ ਸੀ। ਬਾਬੇ ਆਲੇ ਦੀ ਪੱਟੀ ਤੋਂ
ਹੌਲੀ ਹੌਲੀ ਪਟਿਆਲਾ ਬਣ ਗਿਆ। तो बड़े सारे इदा ही ਨਾਂ ਜਿਹੜੇ ਨੇ ਉਹ ਵਿਦਿਤ ਹੋਏ ਨੇ। ਅੰਮ੍ਰਿਤਸਰ ਸਾਹਿਬ ਦਾ ਨਾਂ ਵੀ इदा ही विदित होया। कदे गुरु का ਚੱਕ ਸੀ, कदे ਚੱਕ रामदास ਸੀ, कदे फिर ਇਹ ਸੁਦਾਸਰ ਬਣਿਆ। ਸੁਦਾਸਰ ਦਾ अर्थ भी ਅੰਮ੍ਰਿਤਸਰ, ਅੰਮ੍ਰਿਤ ਸਰੋਵਰ ਤੋਂ है। फिर ਜਦੋਂ नगरी प्रगट हो गई तो वह ਸੁਦਾਸਰ तो ਅੰਮ੍ਰਿਤਸਰ हो गया। ਅੰਮ੍ਰਿਤਸਰ ਦੇ अर्थ भी ਸੁਦਾਸਰ ने, ਸੁਦਾਸਰ ਦੇ अर्थ भी ਅੰਮ੍ਰਿਤਸਰ ने। तो ये गुरु हरकृष्ण साहब महाराज की कृपा हुई। राजे का बंगला बंगला साहब हो गया। इत्थे रह के सतगुरु जी ने बड़े परोपकार किए। सब तो वड्डी बख्शिश जिहड़ी इत्थे सतगुरु जी ने सानू चबच्चा साहब बख्शिया, जिथों अज भी करोड़ां संगतां देशां विदेशां तक जल लैके जांदियां ने। और ये विश्वास है कि इस गुरु दे बख्शे हुए जल नाल, जिसनूं प्यार नाल वो अमृत भी कहंदियां ने, साडे सारे रोग मिटदे ने। बड़ी शरधा नाल जल छकाया जांदा है, छकिया जांदा है। इथों तक प्राणी घरां तक भी लैके जाते, देशां विदेशां तक भी लैके जाते हैं। सो अज 2 गुरपुरब ने। 8वें गुरु जी का ज्योति जोत समाउण का, 9वें गुरु जी का गुरता गद्दी का। सो आओ अगले समय वास्ते लड़ीवार कथा नाल जुड़िए। हाँ जी। सिखी रीत बिदत भी देसा, जिस ते छूटै जगत कलेसा। सतगुरु जी की कृपा हो गई। भगत सिखै कर कुमत निकंदन, हेर हेर हरखै कर बंधन। वो नगरी, जिस नगरी नूं अग लगदी सी, गुरु की कृपा होई हट गई। जिहड़ा राक्षस, जिहड़ा दैत अग लाउंदा सी, वो गुरु के चरनां ते ढह पिया। उहदे कोलों गुरु जी ने फिर उन्हां मनुखां दीयां सेवावां कराईयां, क्योंकि वो बार बार कहता सी जी मेरी भुल बख्श दिओ, मेरे अवगण बख्श दिओ। तो सतगुरु पिता महाराज कहन लगे, भाई जे तू चाहुंदा मेरियां भुलां बख्शियां जान, तो फिर तू इन्हां दी सेवा कर। जदों तू इन्हां दी सेवा करेगा, सुन कर जग गुर को बचन, मान शीस पै लीन। रची धर्मशाला रुचर, पुन सेवै मन दीन। हुण वो मन नीवा करके इत्थों दी नगरी दे लोकां दी सेवा करदा है। सिखी रीत बिदत भादेशा। इस देश विच सिखी दी मर्यादा स्थापित हो गई। केवल इस नगरी दे लोग नहीं, पूरे इस देश दे लोग इत्थे आने शुरू हो गए। धर्मशाला विच सतगुरु खुद बैठते सन। जिसते छूटै जगत कलेशा। जगत दे जिहड़े कलेश ने, बंधन ने, वो हुण छुटदे ने गुरु दी संगत करके, गुरु दी सेवा करके, गुरु दा सिमरन करके। हाँ जी। कह परस पार मेल नर नारी, परमेश्वर तन एह उपकारी। ये लोग आपस विच मिलते ने, आपस विच गल्लां करते ने, ते कहंदे ने भाई ये कोई आम संत नहीं है, कोई आम साधु नहीं है, ये परोपकारी है। इत्थे कोई रब दा भेख धारण करके आया है, इत्थे कोई रब दा रूप बन के धरती ते प्रगट होया है। हाँ जी। चिरयन सेव सिचान ते, करवाई कर दीन। इस गुरु ने तां बाजां दे कोलों चिड़ियां दी सेवा करा दिती है। राक्षस जिहड़ा पिंड साड़ दिंदा सी,
ਉਹ ਰਾਖਸ਼ ਜਿਹਦੇ ਤੋਂ ਡਰਦਿਆਂ ਸਦੀਆਂ ਹੋ ਗਈਆਂ ਸੀ। ਇਸ ਪਿੰਡ ਦੇ ਲੋਕ ਆਪਣਾ ਸਮਾਨ, ਅਸਬਾਬ, ਆਪਣੀ ਸੌਜ ਸਮੱਗਰੀ ਹਰ 6ਵੇਂ ਮਹੀਨੇ ਚੁੱਕ ਕੇ ਭੱਜ ਜਾਂਦੇ ਸੀ। ਪਿੰਡ ਖਾਲੀ ਹੋ ਜਾਂਦਾ ਸੀ। ਨਹੀਂ ਜਾਂਦੇ ਸੀ ਤੇ ਅੱਗ ਲੱਗ ਜਾਂਦੀ ਸੀ। ਹੁਣ ਉਹੀ ਰਾਖਸ਼ ਧਰਮਸ਼ਾਲਾ ਬਣਾਉਂਦਾ ਹੈ, ਉਹੀ ਰਾਖਸ਼ ਪਾਣੀ ਢੋਂਦਾ ਹੈ, ਉਹੀ ਰਾਖਸ਼ ਹੁਣ ਪਿੰਡ ਦੇ ਲੋਕਾਂ ਦੀ ਸੇਵਾ ਕਰਦਾ ਹੈ। ਤੋ ਕਵੀ ਜੀ ਕਹਿੰਦੇ ਨੇ ਕਿ ਦੇਸ਼ ਦੇ ਲੋਕ ਇਕੱਠੇ ਹੋ ਕੇ ਗੁਰੂ ਨਾਨਕ ਦੀ ਵਡਿਆਈ ਕਰਦੇ ਨੇ, ਮਹਿਮਾ ਗਾਉਂਦੇ ਨੇ। ਫਿਰ ਕਹਿੰਦੇ ਨੇ ਭਾਈ, ਚਿਰੀਅਨ ਸੇਵ ਸਿਚਾਣ ਤੇ ਕਰਵਾਈ ਕਰ ਦੀਨ। ਰਾਖਸ਼ ਨੂੰ ਦੀਨ ਕਰ ਦਿੱਤਾ, ਗਰੀਬ ਬਣਾ ਦਿੱਤਾ। ਜਿਵੇਂ ਕੋਈ ਮਜਲੂਮ ਹੁੰਦਾ ਹੈ, ਰਾਖਸ਼ ਹੁੰਦਾ ਹੀ ਨਹੀਂ। ਜਿਵੇਂ ਚਿੜੀਆਂ ਦੀ ਬਾੜ ਸੇਵਾ ਕਰੇ, ਇਉਂ ਮਾਨੋ ਰਾਖਸ਼ ਉਸ ਨਗਰੀ ਦੇ ਲੋਕਾਂ ਦੀ ਟਹਿਲ ਕਮਾਉਂਦਾ ਹੈ। ਹਾਂਜੀ। ਅਜਨ ਚਰਨ ਪਰ ਕੇ ਹਰੀ, ਪਾਏ ਸਵਾਰਨ ਕੀਨ। ਜਾਂ ਇਉਂ ਕਹਿ ਲਈਏ ਕਿ ਬੱਕਰੀ ਦੇ ਚਰਨਾਂ ਦੇ ਵਿੱਚ ਸ਼ੇਰ ਨੂੰ ਬਿਠਾ ਦਿੱਤਾ। ਬੱਕਰੀ ਦੇ ਚਰਨਾਂ ਤੇ ਸ਼ੇਰ ਨੂੰ ਕਿਹਾ ਵੀ ਤੂੰ ਮੱਥਾ ਟੇਕ ਭਾਈ। ਇੱਦਾਂ ਦੀ ਗੁਰੂ ਦੀ ਕਲਾ ਵਰਤੀ ਹੈ। ਹੁਣ ਬੱਕਰੀਆਂ ਕੌਣ ਨੇ? ਮਨੁੱਖ। ਸ਼ੇਰ ਕੌਣ ਹੈ? ਰਾਖਸ਼। ਚਿੜੀਆਂ ਕੌਣ ਨੇ? ਪਿੰਡ ਦੇ ਲੋਕ। ਬਾਜ ਕੌਣ ਹੈ? ਉਹ ਰਾਖਸ਼। ਹੁਣ ਉਹ ਰਾਖਸ਼ ਪਿੰਡ ਦੇ ਲੋਕਾਂ ਦੀ ਸੇਵਾ ਕਰਦਾ ਹੈ। ਹਾਂਜੀ। ਕੇਤਕ ਦਿਵਸ ਬਸੇ ਤਹਿ ਥਾਨਾ, ਸਿੱਖੀ ਮਾਰਗ ਕੋ ਪ੍ਰਗਟਾਨਾ। ਇੱਥੇ ਸਤਿਗੁਰੂ ਕੁਝ ਸਮਾਂ ਰੁਕੇ ਨੇ। ਇੱਥੇ ਸਤਿਗੁਰੂ ਨੇ ਸਿੱਖੀ ਦੀ ਰੀਤ ਨੂੰ ਪ੍ਰਗਟ ਕੀਤਾ ਹੈ। ਰੀਤ ਮਰਿਆਦਾ ਸਿੱਖੀ ਦੀ ਜਿਹੜੀ ਕਰਨੀ ਉਹ ਇਸ ਦੇਸ਼ ਦੇ ਵਿੱਚ ਪ੍ਰਗਟ ਹੋਈ ਹੈ। ਹਾਂਜੀ। ਸਤਨਾਮ ਕੋ ਜਾਪ ਜਪਾਇਓ, ਦੇਸ਼ ਕੁਮਗ ਤੇ ਸੁਮਗਹਿ ਪਾਇਓ। ਕੁਮੱਤ ਤੋਂ, ਭੈੜੀ ਮੱਤ ਤੋਂ ਭੁੱਲੇ ਹੋਏ ਸਨ, ਸਿੱਧੇ ਰਸਤੇ ਪਾ ਦਿੱਤੇ, ਕਿਰਪਾ ਕਰ ਦਿੱਤੀ। ਜਿਹੜੇ ਲੋਕਾਂ ਨੂੰ ਆਪਣੀ ਜਾਨ, ਮਾਲ, ਅਸਬਾਬ ਦੀ ਰਾਖੀ ਵਾਸਤੇ ਪਿੰਡ ਛੱਡਣਾ ਪੈਂਦਾ ਸੀ, ਉਹ ਹੁਣ ਪਿੰਡ ਛੱਡ ਕੇ ਨਹੀਂ ਜਾਂਦੇ। ਜਿਹੜੇ ਰਾਖਸ਼ ਦਾ ਡਰ ਸੀ, ਉਹ ਰਾਖਸ਼ ਤੇ ਇਹਨਾਂ ਦਾ ਟਹਿਲੂਆ ਬਣ ਗਿਆ, ਸੇਵਾਦਾਰ ਬਣ ਗਿਆ। ਸਤਿਗੁਰੂ ਜੀ ਨੇ ਬੜੀ ਕਿਰਪਾ ਕੀਤੀ, ਇਸ ਦੇਸ਼ ਵਿੱਚ ਸਿੱਖੀ ਦੀ ਮਰਿਆਦਾ ਬੰਨ੍ਹ ਦਿੱਤੀ। ਹਾਂਜੀ। ਅਨਤ ਚਲਨ ਕੀ ਮਨਸਾ ਤਾਰੀ, ਸ਼੍ਰੀ ਨਾਨਕ ਜੀ ਪਰ ਉਪਕਾਰੀ। ਇੱਥੋਂ ਸਤਿਗੁਰੂ ਜੀ ਅੱਗੇ ਚੱਲਣਾ ਚਾਹੁੰਦੇ ਨੇ। ਕਿਹੜੇ ਸਤਿਗੁਰੂ? ਜਿਹੜੇ ਪਰਉਪਕਾਰੀ ਨੇ, ਜਿਹੜੇ ਸਤਿਗੁਰੂ ਦਇਆ ਕਰਨ ਵਾਸਤੇ, ਧਰਮ ਦਾ ਪ੍ਰਚਾਰ ਫੈਲਾਓ ਕਰਨ ਵਾਸਤੇ, ਜਿਹੜੇ ਜੀਵਾਂ ਦਾ ਉਧਾਰ ਕਰਨ ਵਾਸਤੇ, ਧਰਤ ਲੁਕਾਈ ਨੂੰ ਸੋਧਣ ਵਾਸਤੇ ਤੁਰੇ ਨੇ। ਉਹ ਹੁਣ ਇਸ ਦੇਸ਼ ਤੋਂ ਵੀ ਅੱਗੇ ਚੱਲਣਾ ਚਾਹੁੰਦੇ ਨੇ। ਹਾਂਜੀ। ਵਿਦਾ ਹੋਏ ਤਿਨ ਤੇ ਪ੍ਰਸਥਾਨੇ, ਪਹੁੰਚੇ ਸਿੰਧ ਤੀਰ ਇੱਕ ਥਾਨੇ। ਇਸ ਤਰ੍ਹਾਂ ਹੁਣ ਸਤਿਗੁਰੂ ਇਸ ਤੋਂ ਅੱਗੇ ਚਲੇ ਗਏ। ਕਿੱਥੇ ਗਏ? ਉਹ ਅਸਥਾਨ ਜਿੱਥੇ ਸਮੁੰਦਰ ਦਾ ਕੰਢਾ ਹੈ। ਸਿੰਧ ਕਹਿੰਦੇ ਨੇ ਸਮੁੰਦਰ ਨੂੰ, ਤੀਰ ਕਹਿੰਦੇ ਨੇ ਕਿਨਾਰੇ ਨੂੰ। ਇੱਥੇ ਸਮੁੰਦਰ ਦਾ ਕਿਨਾਰਾ ਸੀ। ਇੱਥੇ ਸਤਿਗੁਰੂ ਜੀ ਪਹੁੰਚੇ ਨੇ। ਹਾਂਜੀ। ਤਹਿ ਇੱਕ ਗ੍ਰਾਮ ਦੇਖ ਜਗ ਸਾਈ, ਧਰ ਕੇ ਤਰ ਬੈਠੇ ਸੁਠ ਥਾਈ। ਜਿੱਥੇ ਸਤਿਗੁਰੂ ਬੈਠੇ ਉੱਥੇ ਲਾਗੇ ਇੱਕ ਨਗਰ ਵੀ ਸੀ, ਪਰ ਸਤਿਗੁਰੂ ਨਗਰੀ ਵਿੱਚ ਨਹੀਂ ਗਏ। ਨਗਰੀ ਤੋਂ ਬਾਹਰ ਇੱਕ ਰੁੱਖ ਹੈ, ਬ੍ਰਿਕਸ਼ ਹੈ, ਇੱਕ ਪੇੜ ਹੈ, ਉਹਦੇ ਥੱਲੇ ਸਤਿਗੁਰੂ ਜੀ ਨੇ ਆਪਣਾ ਆਸਣ ਕੀਤਾ। ਹਾਂਜੀ। ਛਠੇ ਮਹੀਨੇ ਸਿੰਧ ਤਰੰਗਾ,
ਦੇ ਤਰੁੜਾਏ ਗ੍ਰਾਮ ਜਲ ਸੰਗਾ। ਇੱਥੇ ਵੀ ਇਸ ਨਗਰ ਦੇ ਲੋਕਾਂ ਦੀ ਉਹੀ ਦਾਸਤਾਂ ਹੈ ਪਹਿਲੀ ਵਾਲੀ। ਹਰ 6ਵੇਂ ਮਹੀਨੇ ਸਮੁੰਦਰ ਦੇ ਵਿੱਚੋਂ ਛੱਲਾਂ ਆਉਂਦੀਆਂ ਨੇ ਅਰੇ ਪਿੰਡ ਦਾ ਨੁਕਸਾਨ ਕਰਕੇ ਚਲੀਆਂ ਜਾਂਦੀਆਂ ਨੇ, ਰੁੜ ਜਾਂਦਾ ਹੈ ਪਿੰਡ, ਡੁੱਬ ਜਾਂਦਾ ਹੈ ਪਿੰਡ ਪਾਣੀ ਵਿੱਚ। ਇਸੇ ਕਰਕੇ ਕੀ ਹੁੰਦਾ ਕਿ ਹਰ 6ਵੇਂ ਮਹੀਨੇ ਲੋਕ ਆਪਣੇ ਮਾਲ ਡੰਗਰ ਅਸਵਾਬ ਲੈ ਕੇ ਨਗਰੀ ਖਾਲੀ ਕਰ ਜਾਂਦੇ ਸੀ। ਜੇ ਆਉਂਦਿਆਂ ਨੂੰ ਬਚਦੀ ਸੀ ਦੇ ਵਿੱਚ ਰਹਿ ਲੈਂਦੇ ਸੀ, ਨਹੀਂ ਤੇ ਫਿਰ ਨਵੀਂ ਵਸਾ ਲੈਂਦੇ ਸੀ। ਹਾਂਜੀ। ਦੋਏ ਦਿਵਸ ਤਬ ਤਹਾਂ ਬਿਤਾਏ, ਨਰ ਤਬ ਚਲੇ ਅਪਰ ਹੀ ਥਾਏ। ਇੱਥੇ ਅਜੇ ਸਤਿਗੁਰੂ ਜੀ ਨੂੰ ਆਇਆ 2 ਹੀ ਦਿਨ ਬਤੀਤ ਹੋਏ ਨੇ ਕਿ ਨਗਰੀ ਦੇ ਲੋਕ ਜਿਹੜੇ ਨੇ ਉਹ ਤਿਆਰ ਹੋ ਗਏ। ਉਹਨਾਂ ਨੇ ਆਪਣਾ ਸਮਾਨ ਅਸਵਾਬ ਬੰਨ੍ਹ ਲਿਆ, ਗੱਡਿਆਂ ਤੇ ਰੱਖ ਲਿਆ, ਉਹ ਲੋਕ ਨਗਰੀ ਛੱਡਣ ਲੱਗੇ ਨੇ। ਹਾਂਜੀ। ਆਪਣੀ ਸਰਬ ਸੰਭਾਰ ਸੰਭਾਰੀ, ਗੁਰੂ ਬਲੋਕਤ ਗਿਰਾ ਉਚਾਰੀ। ਉਹਨਾਂ ਨੇ ਜਦੋਂ ਆਪਣੀਆਂ ਚੀਜ਼ਾਂ ਸਾਂਭ ਲਈਆਂ, ਗੱਠਾਂ ਗੱਡਿਆਂ ਤੇ ਰੱਖ ਲਈਆਂ, ਗੁਰੂ ਨਾਨਕ ਦੇ ਪਿਤਾ ਜੀ ਨੇ ਉਹਨਾਂ ਨੂੰ ਬੁਲਾਇਆ ਵੀ ਇਹ ਕੀ ਬਈ, ਕਿਉਂ, ਕਿੱਧਰ ਚੱਲੇ ਹੋ ਤੁਸੀਂ? ਤੁਹਾਡੀ ਨਗਰੀ ਹੈ, ਤੁਹਾਨੂੰ ਆਪਣੇ ਪਿੰਡ ਚੋਂ ਘਰਾਂ ਚੋਂ ਸਮਾਨ ਚੁੱਕਣ ਦੀ ਕੀ ਲੋੜ ਹੈ? ਹਾਂਜੀ। ਕਹਾਂ ਤਿਆਰੀ ਤੁਮ ਕਰੀ, ਕਿਉਂ ਤਿਆਗਿਓ ਨਿਜ ਗ੍ਰਾਉ। ਤੁਸੀਂ ਤਿਆਰੀ ਕਿਉਂ ਕੀਤੀ ਹੈ? ਤੁਸੀਂ ਆਪਣਾ ਗ੍ਰਾਮ ਆਪਣਾ ਪਿੰਡ ਕਿਉਂ ਛੱਡਿਆ ਹੈ ਭਾਈ? ਕਿਉਂ ਛੱਡਣ ਲੱਗੇ ਹੋ ਤੁਸੀਂ? ਤੁਹਾਨੂੰ ਛੱਡਣ ਦੀ ਕੀ ਲੋੜ ਹੈ? ਸਤਿਗੁਰੂ ਜੀ ਨੇ ਉਹਨਾਂ ਨੂੰ ਕਾਰਨ ਪੁੱਛਿਆ, ਕੋਈ ਕਾਰਨ ਤਾਂ ਹੋਏਗਾ ਨਾ। ਹਾਂਜੀ। ਸੁਨ ਨਰ ਬੋਲੇ ਤੁਮ ਚਲੋ, ਰਹੋ ਨਾ ਅਬ ਇਹ ਥਾਉ। ਅੱਗੋਂ ਪਿੰਡ ਦੇ ਲੋਕ ਕਹਿਣ ਲੱਗੇ ਜੀ ਸਾਨੂੰ ਨਾ ਪੁੱਛੋ, ਸਾਡੀ ਬੇਨਤੀ ਮੰਨੋ ਤੇ ਤੁਸੀਂ ਵੀ ਚੱਲੋ, ਤੁਸੀਂ ਵੀ ਇੱਥੇ ਰੁਕੋ ਨਹੀਂ। ਕਿਸੇ ਵੀ ਵੇਲੇ ਮਾੜਾ ਵਕਤ ਆ ਸਕਦਾ ਹੈ, ਆਪਦਾ ਆ ਸਕਦੀ ਹੈ, ਮੁਸੀਬਤ ਆ ਸਕਦੀ ਹੈ। ਹਾਂਜੀ। ਅਬ ਆਵੇਗੀ ਸਾਗਰ ਚਾਲੇ, ਦੇਹ ਰੁੜਾਏ ਸਦਨ ਜਲ ਨਾਲੇ। ਕਹਿਣ ਲੱਗੇ ਜੀ ਹੁਣ ਸਮੁੰਦਰ ਦੀਆਂ ਛੱਲਾਂ ਉੱਠਿਆ ਕਰਨਗੀਆਂ, ਬੜੀਆਂ ਬੜੀਆਂ ਉੱਚੀਆਂ ਛੱਲਾਂ ਇੱਥੇ ਪਿੰਡ ਦੇ ਵਿੱਚ ਆ ਕੇ ਡਿੱਗਿਆ ਕਰਨਗੀਆਂ, ਸਭ ਕੁਝ ਰੁੜਾ ਕੇ ਰੋੜ ਕੇ ਲੈ ਜਾਣਗੀਆਂ। ਹਾਂਜੀ। ਆਏ ਬਹੂਰ ਉਸਾਰੈ ਧਾਮੂ, ਇਹ ਠਾਹ ਰਹਿਣ ਨਹੀਂ ਅਬ ਕਾਮੂ। ਹੁਣ ਤਾਂ ਵਾਪਸ ਆਵਾਂਗੇ ਤੇ ਨਵੀਆਂ ਨਗਰੀਆਂ ਵਸਣਗੀਆਂ, ਹੁਣ ਇੱਥੇ ਰਹਿਣ ਦਾ ਕੋਈ ਕੰਮ ਨਹੀਂ ਹੈ। ਇੱਥੇ ਰਹਿਣ ਦਾ ਅਰਥ ਤਾਂ ਇੱਕੋ ਹੀ ਹੈ ਕਿ ਜੇ ਸਮੁੰਦਰ ਵਿੱਚ ਰੁੜਨਾ ਹੋਵੇ ਤਾਂ, ਜੇ ਮੌਤ ਕਬੂਲਣੀ ਹੋਵੇ ਤਾਂ। ਹਾਂਜੀ। ਸੁਣ ਕਹਿ ਬੋਲੇ ਬਚਨ ਕਿਰਪਾਲਾ, ਸਿੱਖੀ ਮਾਨੋ ਹਿਰਦੇ ਵਿਸਾਲਾ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਭਾਈ ਇਹ ਕੰਮ ਕਰ ਸਕਦੇ ਹੋ, ਤੁਸੀਂ ਸਿੱਖੀ ਕਬੂਲ ਕਰ ਲਓ। ਭਾਵ ਜੋ ਤੁਸੀਂ ਹੈਗੇ ਹੋ ਜਾਂ ਜਿਵੇਂ ਤੁਸੀਂ ਰਹਿੰਦੇ ਹੋ, ਜੇ ਤੁਹਾਡੀ ਕੋਈ ਨਹੀਂ ਬਾਹ ਫੜਦਾ, ਇਹਦੇ ਬੜੇ ਛੋਟੇ ਜਿਹੇ ਅਰਥ ਨੇ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਮੇਰੀ ਤਾਂ ਕੋਈ ਬਾਹ ਨਹੀਂ ਫੜਦਾ ਜੀ, ਮੇਰਾ ਤੇ ਕੋਈ ਕੰਮ ਹੀ ਨਹੀਂ ਬਣਦਾ ਜੀ। ਵੀ ਭਾਈ ਪਤਾ ਕਰੋ ਬਾਹ ਫੜਾਈ ਕਿਹਨੂੰ ਹੈ। ਕੰਮ ਨਹੀਂ ਬਣਦਾ, ਪੁੱਛੋ ਵੀ ਕੰਮ ਕਰਾਉਂਦਾ ਕੌਣ ਹੈ ਤੁਹਾਡਾ, ਫਿਰ ਪਤਾ ਲੱਗਦਾ ਵੀ ਹੈ ਹੀ ਕੋਈ ਨਹੀਂ ਹੈ, ਨਾ ਕੋਈ ਗੁਰੂ ਹੈ ਨਾ ਕੁਛ ਹੈ। ਸਤਿਗੁਰੂ ਕਹਿੰਦੇ ਭਾਈ ਕਿਸੇ ਗੁਰੂ ਪੀਰ ਵਾਲੇ ਬਣੋ, ਸਿੱਖੀ ਧਾਰਨ ਕਰੋ। ਸੁਣ ਕੇ ਬੋਲੇ ਬਚਨ ਕਿਰਪਾਲਾ, ਸਿੱਖੀ ਮਾਨੋ ਹਿਰਦੇ ਬਸਾਲਾ। ਸਤਿਗੁਰੂ ਕਹਿਣ ਲੱਗੇ ਸਿੱਖ ਬਣੋ, ਸਿੱਖੀ ਧਾਰਨ ਕਰੋ। ਹਾਂਜੀ। ਸੁਣ ਉਪਦੇਸ਼ ਭਣੋ ਸਤਨਾਮੂ, ਬਹੁਰ ਨ ਗਿਰ ਹੈ ਤੁਮਰੇ ਧਾਮੂ। ਜਦੋਂ ਤੁਸੀਂ ਸਿੱਖ ਬਣ ਜਾਓਗੇ, ਸਿੱਖੀ ਕਮਾਉਣ ਲੱਗ ਜਾਓਗੇ, ਸਿੱਖੀ ਦੇ ਮਾਰਗ ਤੇ ਚੱਲੋਗੇ, ਉਸ ਤੋਂ ਬਾਅਦ
ਸਮੁੰਦਰ ਦੀਆਂ ਛੱਲਾਂ ਉੱਠਣ ਤੇ ਭਾਵੇਂ ਨਾ ਉੱਠਣ, ਪਰ ਤੁਹਾਡਾ ਪਿੰਡ ਆਬਾਦ ਰਹੇਗਾ, ਤੁਹਾਡੀ ਨਗਰੀ ਕਦੇ ਉਜੜੇਗੀ ਨਹੀਂ। ਕਦੇ ਐਸਾ ਸਮਾਂ ਨਹੀਂ ਆਏਗਾ ਕਿ ਤੁਹਾਡੀ ਨਗਰੀ ਉਜੜ ਜਾਏ, ਤੁਹਾਨੂੰ ਨਗਰੀ ਛੱਡਣੀ ਪਵੇ, ਤੁਹਾਨੂੰ ਫਿਰ ਆ ਕੇ ਆਪਣਾ ਨਗਰ ਵਸਾਉਣਾ ਪਵੇ। ਹਾਂਜੀ। ਜੋ ਤੁਮ ਕੋ ਨਹਿ ਅਸ ਪਤਿਆਰਾ, ਅਬ ਕੇ ਜਾਵੋ ਛੋੜ ਅਗਾਰਾ। ਸਤਿਗੁਰੂ ਪਿਤਾ ਜੀ ਕਹਿਣ ਲੱਗੇ, ਜੇ ਤੁਹਾਨੂੰ ਇਹ ਹੋਵੇ ਕਿ ਇਹਦਾ ਪਤਿਆਰਾ ਕਿਵੇਂ ਮਿਲੇਗਾ ਜੀ, ਕੀ ਪ੍ਰੂਫ ਹੈ, ਕੀ ਗਰੰਟੀ ਹੈ, ਕਿਵੇਂ ਮੰਨ ਲਈਏ ਅਸੀਂ ਕਿ ਇੱਥੇ ਰਵਾਂਗੇ ਤੇ ਕੁਝ ਨਹੀਂ ਹੋਏਗਾ। ਸਤਿਗੁਰੂ ਜੀ ਕਹਿਣ ਲੱਗੇ, ਭਾਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਹਦਾ ਪਤਿਆਰਾ ਮਿਲਣਾ ਚਾਹੀਦਾ ਤੇ ਹੁਣ ਤੁਸੀਂ ਫਿਰ ਇੱਥੋਂ ਜਾਓ ਨਹੀਂ। ਹਾਂਜੀ। ਹਮ ਬੈਠੇ ਹੈ ਇਸ ਹੀ ਥਾਏ, ਲੇਹੋ ਸਦਨ ਨਿਜ ਬਣੇ ਬਣਾਏ। ਸਤਿਗੁਰੂ ਕਹਿਣ ਲੱਗੇ, ਤੁਸੀਂ ਜਾਣਾ ਤੇ ਜਾਓ, ਰਹਿਣਾ ਤੇ ਰਹੋ, ਤੇ ਜੇ ਤੁਸੀਂ ਚਾਹੁੰਦੇ ਹੋ ਵੀ ਸਾਨੂੰ ਇਹਦਾ ਕੋਈ ਪ੍ਰਮਾਣ ਮਿਲੇ ਤਾਂ ਫਿਰ ਭਾਈ ਤੁਸੀਂ ਜਾਓ, ਅਸੀਂ ਬੈਠੇ ਆ। ਜਦੋਂ ਮੁੜ ਕੇ ਆਓਗੇ ਇਹ ਪਿੰਡ ਇਦਾਂ ਦਾ ਇਦਾਂ ਹੀ ਹੋਏਗਾ, ਰੁੜੇਗਾ ਨਹੀਂ, ਸਮੁੰਦਰ ਕੁਝ ਨਹੀਂ ਕਰ ਸਕੇਗਾ। ਉਹ ਜਿਹੜੀ ਸਮੁੰਦਰ ਦੇ ਕਾਰਨ ਨਗਰੀ ਵਿਗੜ ਜਾਂਦੀ ਸੀ, ਰੁੜ ਜਾਂਦੀ ਸੀ, ਉਹ ਨਹੀਂ ਰੁੜੇਗੀ। ਹਾਂਜੀ। ਬਹੁਰ ਆਏ ਲੀਜੈ ਉਪਦੇਸੂ, ਅਸ ਕਹਿ ਬੈਸ ਰਹੇ ਜਗ ਤੇਸੂ। ਸਤਿਗੁਰੂ ਕਹਿਣ ਲੱਗੇ, ਜੇ ਤੇ ਜਾਣ ਤੋਂ ਪਹਿਲਾਂ ਉਪਦੇਸ਼ ਲੈਣਾ ਹੈ ਤੇ ਜਾਓ ਹੀ ਨਹੀਂ, ਇੱਥੇ ਰਹੋ। ਤੇ ਜੇ ਤੁਸੀਂ ਕਹੋ ਜੀ ਨਹੀਂ ਅਸੀਂ ਤੇ ਜਾਣਾ ਹੀ ਜਾਣਾ ਹੈ, ਤੇ ਸਤਿਗੁਰੂ ਕਹਿੰਦੇ ਜਾਓ, ਆ ਕੇ ਉਪਦੇਸ਼ ਲੈ ਲਿਓ, ਆ ਕੇ ਸਿੱਖੀ ਧਾਰਨ ਕਰ ਲਿਓ। ਹਾਂਜੀ। ਅਪਰ ਥਾਨ ਸੋ ਮਾਨਵ ਗਵਨੇ, ਸਿੰਧ ਨਾ ਢਾਏ ਸਕਿਓ ਤਿਨ ਭਵਨੇ। ਪਰ ਉਹ ਨਗਰੀ ਦੇ ਲੋਕ ਚਲੇ ਗਏ, ਉਹ ਰੁਕੇ ਹੀ ਨਹੀਂ। ਇੱਕ ਵਾਅਦਾ ਕਰ ਗਏ ਕਿ ਠੀਕ ਹੈ ਸੰਤ ਜੀ, ਅਸੀਂ ਜਦੋਂ ਮੁੜਾਂਗੇ ਜੇ ਸਾਡੇ ਘਰ ਸਲਾਮਤ ਰਹੇ ਤਾਂ ਅਸੀਂ ਤੁਹਾਡੀ ਸਿੱਖੀ ਲੈ ਲਾਂਗੇ, ਤੁਹਾਨੂੰ ਗੁਰੂ ਧਾਰਨ ਕਰ ਲਵਾਂਗੇ। ਹੁਣ ਅੱਜ ਵਰਗਾ ਸਮਾਂ ਹੁੰਦਾ ਤੇ ਕੁਝ ਵੀ ਨਹੀਂ ਸੀ ਹੋਣਾ। ਦੇਖੋ ਉਸ ਸਮੇਂ ਦੀ ਇੱਕ ਵਡਿਆਈ ਇਹ ਹੈ ਕਿ ਉਸ ਵੇਲੇ ਕੋਈ ਝੂਠ ਬੋਲਦਾ ਹੀ ਨਹੀਂ ਸੀ, ਵਾਅਦਾ ਖਿਲਾਫੀ ਕੋਈ ਨਹੀਂ ਸੀ ਕਰਦਾ। ਇਹ ਨਗਰੀ ਦੇ ਲੋਕ ਚਲੇ ਗਏ, ਪਰ ਸਮੁੰਦਰ ਦੇ ਵਿੱਚ ਛੱਲਾਂ ਆਈਆਂ ਕਿ ਨਹੀਂ ਆਈਆਂ, ਪਰ ਉਹ ਨਗਰੀ ਨੂੰ ਕੁਝ ਨਹੀਂ ਹੋਇਆ। ਨਗਰੀ ਆਬਾਦ ਰਹੀ, ਨਗਰੀ ਵਸਦੀ ਰਹੀ, ਨਗਰੀ ਢੱਠੀ ਨਹੀਂ। ਹਾਂਜੀ। ਸਮਾਂ ਬਿਤਾਏ ਬਹੁਰ ਨਰ ਆਏ, ਸਦਨ ਬਲੋਹ ਕੇ ਬਣੇ ਬਣਾਏ। ਕੁਝ ਸਮਾਂ ਬਤੀਤ ਕਰਕੇ ਨਗਰੀ ਦੇ ਲੋਕ ਵਾਪਸ ਆਏ ਤੇ ਕੀ ਵੇਖਿਆ, ਉਸੇ ਤਰ੍ਹਾਂ ਹੀ ਨਗਰੀ ਹੈ, ਉਸੇ ਤਰ੍ਹਾਂ ਹੀ ਘਰ ਨੇ। ਜੋ ਘਰ ਵਿੱਚ ਮਾੜਾ ਮੋਟਾ ਛੱਡ ਗਿਆ ਸੀ ਉੱਥੇ ਹੀ ਪਿਆ, ਕੁਝ ਵਿਗੜਿਆ ਨਹੀਂ, ਕੁਝ ਗਵਾਚਾ ਨਹੀਂ, ਕੋਈ ਟੁੱਟਿਆ ਨਹੀਂ, ਕੋਈ ਰੁੜਿਆ ਨਹੀਂ। ਸਮਾਂ ਬਤਾਏ ਬਹੁਰ ਨਰ ਆਏ, ਸਦਨ ਬਲੋਕੇ ਬਣੇ ਬਣਾਏ। ਨਹੀਂ ਤੇ ਉੱਥੇ ਲੱਭਦਾ ਹੀ ਕੁਛ ਨਹੀਂ ਸੀ, ਪਾਣੀ ਸਭ ਕੁਝ ਰੋੜ ਕੇ ਲੈ ਜਾਂਦਾ ਸੀ। ਹਾਂਜੀ। ਕਲਾਵਾਨ ਜਾਣੇ ਮਨ ਮਾਹੀ, ਸਿੱਖੀ ਲੈਨ ਹਿਰਦੇ ਤਬ ਚਾਹੀ। ਜਿਹੜੇ ਕਲਾਵਾਨ ਲੋਕ ਸਨ, ਜਿਹੜੇ ਲੋਕ ਵਾਪਸ ਆਏ ਤੇ ਉਹਨਾਂ ਕੀ ਜਾਣਿਆ, ਉਹ ਇਸ ਕਲਾਵਾਨ ਸਤਿਗੁਰੂ ਜੀ ਨੂੰ ਸਮਝ ਗਏ, ਭਾਪ ਗਏ। ਉਹਨਾਂ ਨੂੰ ਗੁਰੂ ਦੀ ਮਹਿਮਾ ਦ੍ਰਿੜ ਹੋ ਗਈ ਕਿ ਇਹ ਸਧਾਰਨ ਪੁਰਖ ਨਹੀਂ ਹੈ, ਇਹ ਕੋਈ ਕਲਾਵਾਨ ਪੁਰਖ ਹੈ। ਕਲਾ ਕਿਹਨੂੰ ਕਹਿੰਦੇ ਨੇ? ਕਲਾ ਇੱਕ ਗੁਣ ਹੈ। ਆਪਾਂ ਰੋਜ਼ ਹੀ ਇੱਕ ਦੂਜੇ ਨੂੰ ਕਹਿੰਦੇ, ਭਾਜੀ ਤੁਹਾਡੇ ਕੋਲੇ ਕਿਹੜੀ ਕਲਾ ਹੈ, ਸਾਨੂੰ ਵੀ ਦੇ ਦਿਓ। ਕਲਾ ਇੱਕ ਹੁਨਰ ਹੈ,
ਔਰ ਧਰਮ ਦੀ ਦੁਨੀਆ ਦੇ ਵਿੱਚ ਜਿਹਦੇ ਕੋਲ 16 ਕਲਾ ਹੋਣ ਉਹਨੂੰ ਸੰਪੂਰਨ ਮੰਨਿਆ ਗਿਆ। ਹਿੰਦੂ ਮਤ ਵਿੱਚ ਅਵਤਾਰਾਂ ਦੇ ਪ੍ਰਤੀ ਉਹਨਾਂ ਨੇ ਕਿਹਾ ਕਿ ਭਾਵੇਂ ਸ਼੍ਰੀ ਰਾਮਚੰਦਰ ਸੀ, ਭਾਵੇਂ ਸ਼੍ਰੀ ਕ੍ਰਿਸ਼ਨ ਸਨ, ਇਹ ਸਾਰੇ 16 ਕਲਾ ਸੰਪੂਰਨ ਸਨ। ਪਰ ਗੁਰੂ ਸਾਹਿਬ ਦੇ ਬਾਰੇ ਅਸੀਂ 16 ਕਲਾ ਨਹੀਂ ਕਹਿੰਦੇ ਸੀ, ਸਰਬ ਕਲਾ ਕਹਿੰਦੇ ਆ, ਸਰਬ ਕਲਾ ਸਮਰੱਥ। ਹੁਣ ਇਹ ਤੇ ਗਿਣਤੀ ਮਿਣਤੀ ਤੇ ਪਤਾ ਨਹੀਂ ਕਿੰਨੀ ਕੁ ਠੀਕ ਹੈ। ਇਹ ਤੇ ਫਿਰ ਉਹੀ ਗੱਲ ਹੋਏਗੀ ਨਾ ਵੀ ਪਤਾਲ ਕਿੰਨੇ ਨੇ। ਇੱਕ ਧਰਮ ਦੇ ਲੋਕ ਕਹਿਣ ਲੱਗੇ ਜੀ 7 ਨੇ। ਪੁੱਛਿਆ ਆਕਾਸ਼ ਕਿੰਨੇ ਨੇ, ਕਹਿੰਦੇ ਜੀ ਉਹ ਵੀ 7 ਨੇ। ਦੂਜੇ ਧਰਮ ਦੇ ਲੋਕਾਂ ਨੂੰ ਪੁੱਛਿਆ, ਉਹ ਕਹਿੰਦੇ ਜੀ 14 ਨੇ। ਮੁਸਲਮਾਨ 14 ਮੰਨਦੇ ਨੇ, 14 ਪਤਾਲ ਮੰਨਦੇ ਨੇ, 14 ਆਕਾਸ਼ ਮੰਨਦੇ ਨੇ। ਹਿੰਦੂ ਵੀਰ 7 ਮੰਨਦੇ ਨੇ। ਸਾਡੇ 'ਚ ਹੀ ਕਹਿੰਦੇ 7ਵੇਂ ਪਤਾਲ 'ਚ, ਉਹ 8ਵੇਂ ਤੱਕ ਜਾਂਦੇ ਹੀ ਨਹੀਂ, ਉਹਨਾਂ ਦੀ ਕਾਊਂਟਿੰਗ ਹੀ ਮੁੱਕ ਜਾਂਦੀ ਹੈ। ਮੁਸਲਮਾਨ 14 ਪਤਾਲਾਂ ਤੱਕ ਜਾਂਦੇ ਨੇ, 14 ਆਗਾਸਾਂ ਤੱਕ ਜਾਂਦੇ ਨੇ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਵੀ ਇਹਨਾਂ 'ਚੋਂ ਸੱਚਾ ਕੌਣ ਹੈ? ਸਤਿਗੁਰੂ ਕਹਿੰਦੇ ਦੋਵੇਂ ਹੀ ਸੱਚੇ ਨੇ। ਆਖਿਆ ਮਹਾਰਾਜ ਝੂਠਾ ਕੌਣ ਹੈ? ਕਹਿੰਦੇ ਕੋਈ ਵੀ ਨਹੀਂ। ਫਿਰ ਪੁੱਛਿਆ ਮਹਾਰਾਜ ਵੀ ਦੋਵੇਂ ਸੱਚੇ ਕਿਵੇਂ ਹੋ ਸਕਦੇ ਨੇ? ਅਗਰ ਇੱਕ ਫਿਗਰ ਠੀਕ ਹੈ 7 ਵਾਲੀ ਤੇ 14 ਵਾਲੇ ਝੂਠੇ ਨੇ, 14 ਵਾਲੀ ਠੀਕ ਹੈ ਤੇ 7 ਵਾਲੇ ਝੂਠੇ ਨੇ। ਸਤਿਗੁਰੂ ਕਹਿਣ ਲੱਗੇ ਨਹੀਂ, ਝੂਠਾ ਦੋਵਾਂ ਚੋਂ ਕੋਈ ਨਹੀਂ ਹੈ। ਪੁੱਛਿਆ ਮਹਾਰਾਜ ਉਹ ਕਿਵੇਂ? ਕਹਿਣ ਲੱਗੇ ਭਾਈ ਜਿਹਨੇ 7 ਵੇਖੇ ਉਹਨੇ 7 ਹੀ ਦੱਸੇ, ਉਹਨੇ 8ਵਾਂ ਵੇਖਿਆ ਹੀ ਨਹੀਂ, ਉਹ ਕਿਵੇਂ ਝੂਠ ਬੋਲੇ? ਜਿਹਨੇ 14 ਵੇਖੇ ਉਹਨੇ 14 ਦੱਸੇ, ਉਹ ਹੁਣ 13 ਕਿਵੇਂ ਕਵੇ? ਉਹਨੇ 14 ਗਿਣੇ ਨੇ। ਫਿਰ ਪੁੱਛਿਆ ਮਹਾਰਾਜ ਤੁਸੀਂ ਦੱਸੋ, ਤੇ ਮਹਾਰਾਜ ਕਹਿਣ ਲੱਗੇ ਪਤਾਲਾਂ ਪਤਾਲ ਲੱਖ, ਆਗਾਸਾਂ ਆਗਾਸ। ਇਹ ਕੋਈ 7 ਮੰਨੇ, ਕੋਈ 14 ਮੰਨੇ, ਮੰਨੇ ਭਾਈ। ਗੁਰੂ ਨਾਨਕ ਸਾਹਿਬ ਕਹਿਣ ਲੱਗੇ ਸਾਡੀ ਦ੍ਰਿਸ਼ਟੀ ਵਿੱਚ ਲੱਖਾਂ ਨੇ, 7 ਤਾਂ ਕੁਝ ਵੀ ਨਹੀਂ। ਧਰਤੀ ਹੋਰ, ਪਰੇ ਹੋਰ ਹੋਰ, ਇੱਕ ਧਰਤੀ ਨਹੀਂ ਹੈ। ਇਸ ਧਰਤੀ ਦੇ ਥੱਲੇ ਅੱਗੋਂ ਲੱਖਾਂ ਧਰਤੀਆਂ ਨੇ। ਹੁਣ ਉਹ ਜਿਹੜੇ ਨਗਰੀ ਦੇ ਲੋਕ ਵਾਪਸ ਆਏ, ਉਹਨਾਂ ਨੂੰ ਸਮਝ ਆ ਗਈ ਕਿ ਇਹ ਪੁਰਖ ਕੋਈ ਕਲਾਵਾਨ ਪੁਰਖ ਹੈ, ਇਹ ਸ਼ਕਤੀਆਂ ਵਾਲਾ, ਇਹ ਕੋਈ ਪੁਰਖ ਹੈ। ਕਲਾਵਾਨ ਜਾਣੇ ਮਨ ਮਾਹੀ, ਸਿੱਖੀ ਲੈਣ ਹਿਰਦੈ ਤਬ ਚਾਹੀ। ਹੁਣ ਉਹ ਚਾਹੁੰਦੇ ਨੇ ਕਿ ਇਸ ਸ਼ਕਤੀ ਵਾਲੇ ਪੁਰਖ ਦੇ ਕੋਲੋਂ ਸਿੱਖੀ ਲਈ ਜਾਏ, ਸਿੱਖਿਆ, ਉਪਦੇਸ਼, ਗਿਆਨ, ਮਾਰਗ ਦਰਸ਼ਨ। ਇਹਦੇ ਕੋਲੋਂ ਪੁੱਛਿਆ ਜਾਵੇ ਰਾਹ ਕਿਹੜਾ ਹੈ। ਅਸੀਂ ਇੱਥੇ ਪਹੁੰਚ ਗਏ ਵੀ ਗਿਫਟ ਦੇ ਦਿਓ, ਗਿਫਟ ਲੈ ਲਓ, ਰਿਸ਼ਵਤ ਦੇ ਦਿਓ, ਰਿਸ਼ਵਤ ਲੈ ਲਓ। ਉਹ ਕਹਿੰਦੇ ਨੇ ਕਿਉਂ ਭਾਈ? ਪਤਾ ਲੱਗਾ ਹੈ ਰਿਸ਼ਵਤ ਲੈਂਦਾ ਫੜਿਆ ਗਿਆ ਹੈ, ਹੁਣ ਕੀ ਹੋਏਗਾ? ਕਹਿੰਦਾ ਕੁਛ ਨਹੀਂ। ਕਹਿੰਦਾ ਕਿਉਂ? ਕਹਿੰਦਾ ਰਿਸ਼ਵਤ ਦੇ ਕੇ ਛੁੱਟ ਜਾਗਾ। ਜੇ ਲੈਂਦਾ ਫੜਿਆ ਗਿਆ ਤੇ ਹੋਇਆ ਕੀ ਹੈ? ਜੇ ਮੈਂ ਲੈਣਾ ਫੜਿਆ ਗਿਆ ਤੇ ਮੇਰੇ ਤੋਂ ਉੱਪਰ ਵਾਲੇ ਵੀ ਲੈਂਦੇ ਨੇ, ਉਹਨਾਂ ਨੂੰ ਦਿਆਂਗਾ ਤੇ ਛੁੱਟ ਜਾਗਾ। ਗੱਲ ਹੀ ਕੋਈ ਨਹੀਂ। ਇਹ ਤਾਂ ਗੁਰੂ ਪਿਤਾ ਮਹਾਰਾਜ ਨੂੰ ਉਹਨਾਂ ਨੇ ਮੰਨਿਆ ਕਿ ਇਹ ਸਾਰੀਆਂ ਕਲਾ ਦਾ ਸੰਪੂਰਨ ਹੈ। ਫਿਰ ਉਹਨਾਂ ਕਿਹਾ ਵੀ ਇਹਦੇ ਕੋਲੋਂ ਸਿੱਖੀ ਲਵੋ। ਸਿੱਖ ਬਣਨ ਦਾ ਅਰਥ ਕੇਵਲ ਕੁਝ ਪਲੱਸ ਕਰਨਾ ਨਹੀਂ ਹੈ ਵੀ ਆਪਾਂ ਸੋਚੀਏ ਵੀ ਚਲੋ ਜੋ ਅਸੀਂ ਕਰਦੇ ਹੋ ਤੇ ਕਰਦੇ ਹੀ ਹਾਂ। ਕਛਹਿਰਾ ਹੀ ਪਾਉਣਾ ਹੈ ਨਾ, ਕਛਹਿਰਾ ਪਾ ਲਓ। ਕਿਰਪਾਨ ਪਾਉਣੀ ਹੈ, ਕਿਰਪਾਨ ਵੀ ਪਾ ਲਓ। ਕੜਾ ਪਾਉਣਾ ਤੇ ਕੜਾ ਵੀ ਪਾ ਲਓ। ਤੁਸੀਂ ਵੇਖਿਆ ਹੀ ਹੋਣਾ, ਕਈਆਂ ਨੇ ਚੂੜੀਆਂ ਵੀ ਪਾਈਆਂ ਹੁੰਦੀਆਂ ਨੇ, ਕੜੇ ਵੀ ਪਾਏ ਹੁੰਦੇ ਨੇ, ਕਈਆਂ ਨੇ ਮੁੰਦਰੀਆਂ ਕੜੇ ਪਾਏ ਨਾਲ ਇੱਕ ਕੜਾ ਸਿੱਖੀ ਵਾਲਾ ਵੀ ਪਾਇਆ ਹੁੰਦਾ।
ਇਸੇ ਤਰ੍ਹਾਂ ਹੀ ਹੈ ਵੀ ਸਿਰ ਤੇ ਪੱਗ ਬੰਨਣੀ ਹੈ, ਵਾਲ ਰੱਖਣੇ ਨੇ, ਉਹ ਰੱਖ ਲੈਂਦੇ ਨੇ। ਫਿਰ ਕਦੇ ਬੋਦੀ ਕਰ ਲਈ, ਕਦੇ ਟੋਪੀ ਪਾ ਲਈ, ਕਦੇ ਕੁਝ ਕਰ ਲਿਆ, ਕਦੇ ਕੁਝ ਕਰ ਲਿਆ। ਉਹ ਇਹੀ ਹੈ ਨਾ ਵੀ ਗੁਰਦੁਆਰੇ ਜਾਣਾ ਹੈ, ਕਹਿੰਦਾ ਕੋਈ ਨਹੀਂ ਚੱਲਾਂਗੇ, ਥੋੜਾ ਜਿਹਾ ਟਾਈਮ ਜ਼ਿਆਦਾ ਲੈ ਲਾਂਗੇ, ਉਹ ਮੰਦਿਰ ਵੀ ਜਾਵਾਂਗੇ, ਗੁਰਦੁਆਰੇ ਵੀ ਜਾਵਾਂਗੇ ਆਪਾਂ। ਇਧਰੋਂ ਕੜਾਹ ਪ੍ਰਸ਼ਾਦ ਲੈ ਲਵਾਂਗੇ, ਉਧਰੋਂ ਕੀ ਉਹਨੂੰ ਕਹਿੰਦੇ ਨੇ, ਉਹ ਹਲਵਾ ਮਾਂਡਾ, ਉੱਥੇ ਵੀ ਉਹ ਹਲਵਾ ਪੂੜੀ ਲੈ ਲਾਂਗੇ। ਕੀ ਫਰਕ ਪੈਂਦਾ ਹੈ? ਇਸੇ ਕਰਕੇ ਅੱਜ ਦਾ ਬੰਦਾ ਮਲਟੀ ਫੰਕਸ਼ਨ ਕਰਦਾ ਹੈ। ਮਤਲਬ ਉਹਨੇ ਮਾਈਨਸ ਕੁਝ ਨਹੀਂ ਕੀਤਾ। ਜਦੋਂ ਕਿ ਸਿੱਖ ਧਰਮ ਦਾ ਸਿਧਾਂਤ ਇਹ ਹੈ, ਗੁਰੂ ਸਾਹਿਬ ਦੇ ਕੋਲ ਭਾਈ ਮੰਝ ਆਉਂਦਾ ਹੈ। ਭਾਈ ਮੰਝ ਇੱਕ ਸਖੀ ਸਰਵਰ ਦਾ ਚੇਲਾ ਹੈ। ਭਾਈ ਮੰਝ ਆਪਣੇ ਇਲਾਕੇ ਦਾ ਚੌਧਰੀ ਹੈ। ਉਹ ਸਖੀ ਸਰਵਰ ਵਾਲੇ ਕੱਪੜੇ ਵੀ ਪਾਉਂਦਾ ਹੈ, ਉਹ ਗਲ ਵਿੱਚ ਉਹਦੀ ਖੁੰਡੀ ਵੀ ਪਾਉਂਦਾ ਹੈ, ਜਿਵੇਂ ਕ੍ਰਿਸਚਨ ਕ੍ਰਾਸ ਪਾਉਂਦੇ ਨੇ ਨਾ, ਜਿਹੜੇ ਸਖੀ ਸਰਵਰ ਵਾਲੇ ਨੇ ਇਹ ਉਹਦੀ ਆਪਣੇ ਗੁਰੂ ਦੀ ਖੁੰਡੀ ਪਾਉਂਦੇ ਨੇ ਗਲੇ 'ਚ। ਉਹ ਰੋਟ ਵੀ ਪਕਾਉਂਦਾ ਹੈ, ਦੀਵੇ ਵੀ ਜਗਾਉਂਦਾ ਹੈ। ਹੁਣ ਇਹਦਾ ਇੱਕ ਖਾਸ ਨਾਮ ਵੀ ਹੈ। ਜਿਹੜੇ ਸਖੀ ਸਰਵਰ ਨੂੰ ਮੰਨਦੇ ਨੇ ਨਾ, ਉਹਦਾ ਇੱਕ ਖਾਸ ਨਾਮ ਹੁੰਦਾ ਹੈ ਕਿ ਸਾਡੇ ਪਿੰਡ ਦਾ ਉਹ, ਜਿਵੇਂ ਆਪਾਂ ਕਹਿ ਦਿੰਦੇ ਜੀ ਸਾਡੇ ਪਿੰਡ ਦੇ ਇਹ ਭਾਈ ਸਾਹਿਬ ਨੇ, ਸਾਡੇ ਪਿੰਡ ਦਾ ਡਾਕਟਰ ਹੈ, ਸਾਡੇ ਪਿੰਡ ਦੇ ਮਾਸਟਰ ਜੀ ਨੇ, ਇਹ ਸਾਡੇ ਪਿੰਡ ਦੇ ਪੰਡਤ ਜੀ ਨੇ। ਪੰਡਤ ਜੀ ਤੋਂ ਮਤਲਬ ਇਹ ਮੰਦਿਰ ਵਿੱਚ ਸੇਵਾ ਕਰਦੇ ਨੇ, ਮਾਸਟਰ ਜੀ ਤੋਂ ਮਤਲਬ ਇਹ ਸਕੂਲ 'ਚ ਪੜ੍ਹਾਉਂਦੇ ਨੇ, ਡਾਕਟਰ ਦਾ ਮਤਲਬ ਉੱਥੇ ਕੋਈ ਡਿਸਪੈਂਸਰੀ ਹੋਏਗੀ ਦਵਾਈ ਦਿੰਦੇ ਨੇ, ਭਾਈ ਸਾਹਿਬ ਨੇ ਦਾ ਮਤਲਬ ਪਿੰਡ ਦੇ ਗ੍ਰੰਥੀ ਹੋਣਗੇ ਗੁਰਦੁਆਰੇ ਦੇ। ਉਹ ਜਿਹੜਾ ਭਾਈ ਮੰਝ ਹੈ ਉਹ ਪੂਰਾ ਸਖੀ ਸਰਵਰ ਦਾ ਚੇਲਾ ਸੀ। ਉਹ ਆ ਗਿਆ ਗੁਰੂ ਅਰਜਨ ਸਾਹਿਬ ਕੋਲੇ। ਅਚਾਨਕ ਉਹਨੂੰ ਵੇਲਾ ਕਵੇਲਾ ਹੋਇਆ, ਰਾਤ ਤਰਨ ਤਾਰਨ ਸਾਹਿਬ ਰੁਕਣਾ ਪੈ ਗਿਆ। ਤਰਨ ਤਾਰਨ ਸਾਹਿਬ ਦਾ ਦਰਬਾਰ ਉਦੋਂ ਬਣਦਾ ਸੀ, ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ, ਬਣਾ ਰਹੇ ਸਨ। ਜਦੋਂ ਉਹਨੇ ਰਾਤ ਗੁਰਦੁਆਰੇ ਕੱਟੀ ਹੈ, ਉਹ ਬੜਾ ਪ੍ਰਭਾਵਿਤ ਹੋਇਆ ਸੰਗਤ ਵੇਖ ਕੇ, ਸੇਵਾ ਵੇਖ ਕੇ, ਸਿੱਖੀ ਦੀ ਮਰਿਆਦਾ ਵੇਖ ਕੇ। ਉਹਨੇ ਸੋਚਿਆ ਵੀ ਚੱਲਦੇ ਚੱਲਦੇ, ਜਿਵੇਂ ਨਹੀਂ ਹੁੰਦਾ ਵੀ ਆਪਾਂ ਕਿਸੇ ਰੈਸਟੋਰੈਂਟ ਤੇ ਕੁਝ ਖਾਂਦੇ ਖਾਂਦੇ ਇੱਕ ਲਾਟਰੀ ਪਾ ਲੈਨੇ ਨਾਲ। ਉਹਨੇ ਸੋਚਿਆ ਵੀ ਇੱਕ ਲਾਟਰੀ ਦਾ ਪੱਤਾ ਵੀ ਖਿੱਚ ਲੈਨੇ ਆ। ਸਵੇਰੇ ਉੱਠਿਆ, ਕਹਿਣ ਲੱਗਾ ਮਹਾਰਾਜ ਮੈਨੂੰ ਵੀ ਸਿੱਖੀ ਦਿਓ, ਮੈਨੂੰ ਵੀ ਸਿੱਖ ਬਣਾਓ। ਸਤਿਗੁਰੂ ਪਿਤਾ ਜੀ ਕਹਿਣ ਲੱਗੇ ਭਾਈ ਤੂੰ ਕਰਦਾ ਕੀ ਹੈ? ਉਹਨੇ ਦੱਸਿਆ ਹੁਣ ਜੀ ਮੈਂ ਤੇ ਪਿੰਡ ਦਾ ਮੁਖੀਆ ਚੌਧਰੀ ਹਾਂ, ਮੈਂ ਸਖੀ ਸਰਵਰ ਦਾ ਚੇਲਾ। ਆ ਵੇਖੋ ਮੇਰੇ ਗਲ ਵਿੱਚ ਖੁੰਡੀ ਹੈ, ਆ ਮੈਂ ਉਹਦੇ ਵਾਲੇ ਕੱਪੜੇ ਵੀ ਪਾਏ ਨੇ, ਮੈਂ ਰੋਟ ਵੀ ਪਕਾਉਣਾ, ਮੈਂ ਦੀਵਾ ਵੀ ਜਗਾਉਣਾ, ਮੈਂ ਨਗਾਹੇ ਉਹਦੀ ਕਬਰ ਤੇ ਵੀ ਜਾਣਾ। ਸ਼ਾਇਦ ਮੈਂ ਠੀਕ ਬੋਲ ਰਿਹਾ ਹੋਵਾਂ, ਕਿਉਂਕਿ ਮੈਨੂੰ ਨਾ ਇੱਕਦਮ ਪੂਰਾ ਚੇਤੇ ਨਹੀਂ ਆ ਰਿਹਾ। ਸ਼ਾਇਦ ਭਰਾਈ ਕਹਿੰਦੇ ਨੇ ਉਹਨੂੰ, ਜਿਹੜਾ ਸਖੀ ਸਰਵਰ ਦਾ ਚੇਲਾ ਹੋਵੇ, ਕੋਈ ਇਸ ਤਰ੍ਹਾਂ ਦਾ ਨਾਂ ਹੈ। ਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਭਾਈ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਉਹ ਕਹਿਣ ਲੱਗਾ ਜੀ ਮੈਂ ਸਮਝਿਆ ਨਹੀਂ। ਸਤਿਗੁਰੂ ਕਹਿਣ ਲੱਗੇ ਇੱਕ ਚੀਜ਼ ਦੇ ਉੱਤੇ ਦੂਜੀ ਚੀਜ਼ ਨਹੀਂ ਰੱਖੀ ਜਾ ਸਕਦੀ। ਕਹਿਣ ਲੱਗਾ ਜੀ ਮੈਂ ਅਜੇ ਵੀ ਨਹੀਂ ਸਮਝਿਆ। ਫਿਰ ਸਤਿਗੁਰੂ ਜੀ ਨੇ ਉਹਨੂੰ ਸਮਝਾਇਆ ਵੀ ਵੇਖ ਭਾਈ ਸਿੱਖੀ ਦੇ ਘਰ ਵਿੱਚ ਕੜਾਹ ਪ੍ਰਸ਼ਾਦ ਬਣਦਾ ਹੈ, ਰੋਟ ਨਹੀਂ ਪੱਕਦੇ।
ਹੁਣ ਦੱਸ ਤੂੰ ਕੀ ਕਰੇਗਾ, ਰੋਟ ਪਕਾਏਗਾ ਕਿ ਕੜਾਹ ਪ੍ਰਸ਼ਾਦ ਬਣਾਏਗਾ। ਹੋ ਸਕਦਾ ਉਹਨੇ ਕਿਹਾ ਵੇ ਜੀ ਦੋਵੇਂ ਕੰਮ ਕਰ ਲਾਂਗੇ ਤਾਂ ਕੀ ਹੈ। ਸਤਿਗੁਰਾਂ ਨੇ ਕਿਹਾ ਨਹੀਂ, ਇੱਕ ਕੰਮ ਹੀ ਹੋਏਗਾ, ਜਾਂ ਫਿਰ ਅੱਜ ਤੋਂ ਬਾਅਦ ਤੂੰ ਰੋਟ ਨਹੀਂ ਪਕਾਏਗਾ, ਕੇਵਲ ਕੜਾਹ ਪ੍ਰਸ਼ਾਦ ਬਣਾਏਗਾ। ਸਤਿਗੁਰੂ ਕਹਿਣ ਲੱਗੇ ਵੀ ਇਸ ਘਰ ਵਿੱਚ ਜਾਗਤ ਜੋਤ ਦੀ ਪੂਜਾ ਹੁੰਦੀ ਹੈ, ਇੱਥੇ ਘਿਓ ਦੇ ਦੀਵੇ ਨਹੀਂ ਜਗਦੇ, ਤੇ ਤੂੰ ਤੇਲ ਦਾ ਦੀਵਾ ਜਗਾਉਣਾ ਹੈ। ਤੂੰ ਜਾਗਤ ਜੋਤ ਪਰਮੇਸ਼ਰ ਦਾ ਉਪਾਸ਼ਕ ਬਣੇਗਾ ਕਿ ਆਪਣੇ ਘਰ ਉਹ ਦੀਵੇ ਜਗਾਏਗਾ ਵੀਰਵਾਰ ਵਾਲੇ। ਇੱਕ ਹੀ ਕੰਮ ਹੋਏਗਾ, ਦੋ ਕੰਮ ਨਹੀਂ ਹੋਣਗੇ। ਫਿਰ ਉਹਨੂੰ ਸਮਝ ਆ ਗਈ, ਕਹਿਣ ਲੱਗਾ ਜੀ ਮੈਂ ਸਮਝ ਗਿਆ। ਉਹਨੇ ਆਪਣੇ ਘਰ ਵਿੱਚ ਪੀਰਖਾਨਾ ਵੀ ਬਣਾਇਆ ਸੀ, ਫਿਰ ਉਹਨੇ ਪੀਰਖਾਨਾ ਵੀ ਤੋੜਿਆ, ਉਹਨੇ ਗਲ ਦੀ ਖੁੰਡੀ ਵੀ ਉਤਾਰੀ। ਜਦੋਂ ਨੇ ਰੋਟ ਪਕਾਉਣੇ ਛੱਡਤੇ, ਦੀਵੇ ਜਗਾਉਣੇ ਛੱਡਤੇ, ਜਿਹੜੇ ਪਿੰਡ ਦੇ ਲੋਕ ਸੀ ਉਹਨਾਂ ਨੇ ਉਹਦੀ ਚੌਧਰਦਾਰੀ ਵੀ ਖੋਲੀ, ਕਿਉਂਕਿ ਸਾਰੇ ਪਿੰਡ ਦੇ ਲੋਕ ਹੀ ਸਖੀ ਸਰਵਰ ਨੂੰ ਮੰਨਦੇ ਸੀ। ਤੋ ਇਸ ਤਰ੍ਹਾਂ ਭਾਈ ਜਿਹੜੀ ਸਿੱਖੀ ਹੈ ਨਾ, ਇਹ ਮਲਟੀ ਫੰਕਸ਼ਨ ਨਹੀਂ ਹੋ ਸਕਦੇ, ਇੱਕ ਹੀ ਕੰਮ ਹੋਏਗਾ। ਹੁਣ ਜਾਂ ਤੇ ਪਾਠ ਕਰ ਲਓ ਜਾਂ ਵਰਤ ਰੱਖ ਲਓ। ਅਸੀਂ ਵਰਤ ਵੀ ਰੱਖੀ ਜਾਂਦੇ ਹਾਂ, ਪਾਠ ਵੀ ਕਰੀ ਜਾਂਦੇ ਹਾਂ। ਸਤਿਗੁਰੂ ਜੀ ਨੇ ਸਾਨੂੰ ਇੱਕ ਰਸਤਾ ਦਿੱਤਾ ਹੈ, ਕਲਾਵਾਨ ਜਾਣੇ ਮਨ ਮਾਹੀ, ਸਿੱਖੀ ਲੈਣ ਹਿਰਦੇ ਤਬ ਚਾਹੀ। ਇਹ ਸਾਰੇ ਗੁਰੂ ਦੇ ਅੱਗੇ ਹਾਜ਼ਰ ਹੋਏ, ਕਹਿਣ ਲੱਗੇ ਜੀ ਸਿੱਖੀ ਦਿਓ ਆਪਣੀ, ਸਾਨੂੰ ਆਪਣੇ ਸਿੱਖ ਬਣਾਓ, ਸਾਨੂੰ ਆਪਣਾ ਰਸਤਾ ਦੱਸੋ। ਸਿੱਖੀ ਇੱਕ ਰਸਤਾ ਹੈ, ਇਸੇ ਕਰਕੇ ਇਹਨੂੰ ਪੰਥ ਕਹਿੰਦੇ ਨੇ। ਤੇ ਪੰਥ ਦਾ ਅੱਖਰੀ ਅਰਥ ਜਿਹੜਾ ਹੈ ਉਹ ਰਸਤਾ ਹੈ। ਜਪਜੀ ਸਾਹਿਬ ਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ, ਮੰਨੈ ਮਗ ਨਾ ਚੱਲੇ ਪੰਥ। ਟੇਢੇ ਰਸਤੇ ਨਹੀਂ ਤੁਰਨਾ, ਸਿੱਧੇ ਰਸਤੇ ਤੁਰਨਾ। ਸਿੱਧਾ ਰਸਤਾ ਜਿਹੜਾ ਉਹ ਪੰਥ ਹੈ। ਸਿੱਖੀ ਦੇ ਵਿੱਚ ਕੋਈ ਟੇਢਾਪਣ ਹੈ ਹੀ ਨਹੀਂ, ਕੋਈ ਟੇਢਾਪਣ ਨਹੀਂ ਹੈ। ਹੁਣ ਕੋਈ ਆ ਜਾਏਗਾ ਜੀ, ਉਹ ਨਿੱਕਾ ਜਿਹਾ ਬੱਚਾ ਮਰ ਗਿਆ ਜੀ, ਉਹਦਾ ਕੀ ਕਰਨਾ? ਉਹਦਾ ਵੀ ਸੰਸਕਾਰ ਕਰਨਾ ਹੈ। ਹੋਲੀਆਂ ਆ ਗਈਆਂ ਨੇ ਜੀ, ਹੁਣ ਕੀ ਕਰਨਾ ਹੈ? ਕੁਛ ਨਹੀਂ ਕਰਨਾ, ਜੋ ਤੁਸੀਂ ਕਰਨਾ ਕਰੋ। ਧਰਤੀ ਸੌਂ ਗਈ ਹੈ ਜੀ, ਤਾਰਾ ਡੁੱਬ ਗਿਆ ਹੈ ਜੀ, ਹੁਣ ਨਵਰਾਤਰੇ ਆ ਗਏ ਨੇ ਜੀ, ਹੁਣ ਕੀ ਕਰਨਾ ਜੀ? ਹੁਣ ਉਹ ਗੰਢ ਮੂਲ ਆ ਗਈ ਹੈ ਜੀ, ਹੁਣ ਕੀ ਕਰਨਾ ਹੈ ਜੀ? ਉਹ ਇੱਥੇ ਭਾਈ ਇੱਥੇ ਕੁਛ ਨਹੀਂ ਕਰਨਾ। ਇੱਥੇ ਤੋ ਪ੍ਰਸਾਦ ਭਰਮ ਕਾ ਨਾਸ਼, ਇੱਥੇ ਜੰਮਣ ਮਰਨਾ ਹੁਕਮ ਹੈ। ਜੇ ਕਿਸੇ ਵੀ ਵੇਲੇ ਧਰਤੀ ਤੇ ਕਿਸੇ ਦਾ ਜਨਮ ਹੋ ਸਕਦਾ ਹੈ, ਤੇ ਕਿਸੇ ਵੇਲੇ ਵੀ ਧਰਤੀ ਤੇ ਕਿਸੇ ਦੀ ਮੌਤ ਹੋ ਸਕਦੀ ਹੈ, ਤੇ ਜੰਮਣ ਮੌਤ ਤੋਂ ਵੱਡੀ ਘਟਨਾ ਕਿਹੜੀ ਹੈ ਜੀ? ਜੰਮਣ ਮਰਨ ਤੋਂ ਵੱਡੀ ਘਟਨਾ ਤਾਂ ਵਿਆਹ ਵੀ ਨਹੀਂ ਹੈ। ਕੀ ਜੰਮਣਾ ਰੁਕ ਸਕਦਾ ਹੈ? ਨਹੀਂ ਰੁਕ ਸਕਦਾ। ਮਰਨਾ ਰੁਕ ਸਕਦਾ ਹੈ? ਨਹੀਂ ਰੁਕ ਸਕਦਾ। ਵਿਆਹ ਪੋਸਟਪੋਨ ਹੋ ਸਕਦਾ ਹੈ? ਬਿਲਕੁਲ ਹੋ ਸਕਦਾ। ਮੌਤ ਪੋਸਟਪੋਨ ਕਰਕੇ ਵਿਖਾਓ ਨਾ, ਕਿ ਚਲੋ ਜੀ ਅਗਲੇ ਮਹੀਨੇ ਮਰ ਲਾਂਗੇ ਜੀ, ਕੀ ਫਰਕ ਪੈਂਦਾ ਹੈ? ਜਨਮ ਰੋਕ ਕੇ ਵਿਖਾਓ। ਬੜੇ ਲੋਕਾਂ ਨੇ ਬੜੇ ਬੜੇ ਡਰਾਮੇ ਕੀਤੇ ਨੇ। ਲੋਕਾਂ 'ਚ ਨਾ 777 ਦਾ ਬੜਾ ਹੈ। ਜਦੋਂ 2007 ਆਇਆ ਸੀ ਨਾ, ਉਦੋਂ ਲੋਕਾਂ ਨੇ ਕੰਮ ਕੀਤਾ ਹੈ ਕਿ ਸਰਜਰੀਆਂ ਕਰ ਕਰਕੇ ਬੱਚੇ ਪੈਦਾ ਕਰ ਲਏ। ਐਡਵਾਂਸ ਸੀ ਕਿ ਬੱਚੇ ਦਾ ਜਿਹੜਾ ਡੇਟ ਆਫ ਬਰਥ ਹੈ ਉਹ 777 ਹੋ ਜਾਏ। 777 ਹੋ ਗਿਆ। ਕਈਆਂ ਨੇ ਵਿਆਹ ਇਦਾਂ ਕੀਤੇ। 12 ਤੱਕ ਇਹ ਡਰਾਮਾ ਚੱਲਦਾ ਰਿਹਾ, ਕਿਉਂਕਿ 12 12 12 ਹੋ ਸਕਦਾ ਹੈ, 13 13 ਹੋ ਨਹੀਂ ਸਕਦਾ। ਤਾਂ ਗੁਰੂ ਪਿਤਾ ਜੀ ਦੇ ਕੋਲੋਂ ਸਿੱਖੀ ਲੈਣੀ, ਤੇ ਸਿੱਖੀ ਇੱਕ ਰਸਤਾ ਹੈ, ਇੱਕ ਮਾਰਗ ਹੈ
ਕੇਵਲ ਕੇਸਾਂ ਦਾ ਨਾਂ ਸਿੱਖੀ ਨਹੀਂ ਹੈ, ਕੇਵਲ ਕਛਹਿਰੇ ਕਿਰਪਾਨ ਦਾ ਨਾਂ ਸਿੱਖੀ ਨਹੀਂ ਹੈ। ਸਿੱਖੀ ਇੱਕ ਜੀਵਨ ਜਾਚ ਹੈ। ਉਹਨਾਂ ਨੇ ਆ ਕੇ ਗੁਰੂ ਜੀ ਕੋਲੋਂ ਇਹ ਦਾਤ ਮੰਗੀ ਹੈ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸਰਵਣ ਕਰੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।